मस्तक नू लाके वेख जरा अखियां विच नौवें सतगुर दी तस्वीर वसा के वेख जरा दुनिया तो कुछ खटना है इस दर ते आके वेख जरा जिंदगी मिल जाती है मिट्टी विच मिल के दाने नू सजना जिंदगी मिल जाती है तू दाने वांगू हस्ती नू एक बार मिटा के वेख जरा अखियां विच नौवें नानक दी तस्वीर वसा के वेख जरा जे दुनिया तो कुछ खटना है इस दर ते आके वेख जरा फिर आपे ही मन जाएगी जर तो रुसी तकदीर तेरी जर तो रुसी तकदीर तेरी फिर आपे ही मन जाएगी तू अपने रुठे प्रीतम नू एक बार मना के वेख जरा नौवें नानक दी तस्वीर वसा के वेख जरा जे दुनिया हो जाए दुनिया तो कुछ खटना है इस दर ते आके वेख जरा मेरा दे विच आ जाएगा उसदा दिल डाडा कोमल है झट मेरा दे विच आ जाएगा दो प्रेम दे अथरू अखियां चों दो प्रेम दे अथरू अखियां चों एक बार बहा के वेख जरा सतगुर दी तस्वीर वसा के वेख जरा अखियां विच सच्चे सतगुर दी तस्वीर वसा के वेख जरा अखियां विच नौवें नानक दी
ਤਸਵੀਰ ਵਸਾ ਕੇ ਵੇਖ ਜ਼ਰਾ। तू ही है मात पिता, तू ही है मात पिता गुर, तू ही है पोखणहार गुसैया। तेरो ही मान अरतान तेरो ही आस भरोसा कहिए। निमाणे कहो मान निताणे कहो तान, निथावै कहो थान, तू ही सब गई है। पाप परों परमेश्वर तो है कह, पाप परों परमेश्वर तो है कह। बारंबार तुझे बल जाइए, बारंबार तुझे बल जाइए। गुरुआं दे गुरु पीरां ने पीर, बलियां दे बली, बाबियां दे बाबे, बारी बार हक माल के कायनात हस्ती है मुकद्दस। ला इंतहा माहे जबी शाहे खूबा, कादरे मुतलिक संगत जी जिन्हां वर्गा दूजा है ही कोई नहीं। धरती दे तक ते जदों तो सृष्टि सजी, जायों कह लो उस तो भी पहला जदों कुछ भी नहीं सी, शब्द उदों भी सी। जो कुछ वेख रहे हैं संगत जी, अज उस परमेश्वर की कृपा अज भी है, क्योंकि आद सच जुगाद सच, सच है भी सच, नानक होसी भी सच। ते सतगुरु जी सच संगत जी ऐसा सच, ऐसी सच्चाई ਜਿਹੜੀ ਦੁਨੀਆ ਦੇ ਉੱਤੇ ਸਾਰੇ ਵਰਲਡ ਦੇ ਲੋਕ ਮੰਨਦੇ, ਕਿਤੇ ਹੋਰ ਇਸ ਤਰ੍ਹਾਂ ਇਕੱਤਰਤ ਨਹੀਂ, ਹਾਜ਼ਰ ਨਹੀਂ ਪਾਈ। ਉਹ ਮਹਾਨ ਸਾਹਿਬ ਸੱਚੇ ਪਾਤਸ਼ਾਹ ਮੇਰੇ ਸਤਿਗੁਰੂ, ਗੁਰੂਆਂ ਦੇ ਗੁਰੂ ਸੱਚੇ ਪਾਤਸ਼ਾਹ ਸ਼ਬਦ ਗੁਰੂ। ਸੰਗਤ ਜੀ ਸੱਚੇ ਸੁਲਤਾਨ ਇਹ ਤਾਂ ਨਾਮ ਦਾ ਖਜ਼ਾਨਾ ਹੈ, ਇਹਨਾਂ ਤੋਂ ਵੱਡਾ ਕੋਈ ਸਖੀ ਸੁਲਤਾਨ ਨਹੀਂ, ਇਹਨਾਂ ਤੋਂ ਵੱਡਾ ਕੋਈ ਵੀ ਅਵਤਾਰ ਨਹੀਂ। ਸੰਗਤ ਜੀ ਦੁਹਾਈ ਰੱਬ ਦੀ। ਪਰ ਜਦੋਂ ਅਫਸੋਸ ਸਿੱਖਾਂ ਦੇ ਘਰ ਜੰਮੇ, ਉਹਨਾਂ ਨੂੰ ਅੱਜ ਮੜੀਆਂ ਉੱਤੇ, ਮਸੀਤਾਂ ਉੱਤੇ ਜਾਂ ਦੂਜੇ ਤੀਜੇ, ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ, ਨੱਕ ਰਗੜਦੇ ਵੇਖਦੇ ਆ ਤੇ ਹੈਰਾਨੀ ਹੁੰਦੀ ਆ। ਸੱਚਿਆ ਪਾਤਸ਼ਾਹ ਏਡੀਆਂ ਵੱਡੀਆਂ ਤੇ ਮਿਹਰਾਂ ਕੀਤੀਆਂ, ਜੋ ਦੁਨੀਆ ਦਾ ਰਹਿਬਰ ਕੋਈ ਨਹੀਂ ਦੇ ਸਕਿਆ, ਉਹ ਆਪਣੀ ਉਮਤ ਨੂੰ ਬਖਸ਼ਿਆ। ਤੇ ਅਸੀਂ ਅੱਜ ਤੇ ਵੇ ਸ਼ਾਇਰ ਕਹਿੰਦਾ ਇੱਥੇ ਹੀ ਜੰਮਿਆ ਦਿੱਲੀ ਦੇ ਵਿੱਚ, ਉਹ ਕਹਿੰਦਾ ਓਏ ਸ਼ੇਰਾਂ ਦਾ ਸਰੂਪ ਲੈ ਕੇ ਗਿੱਦੜਾਂ ਦੀ ਚਾਲ ਚੱਲੋ। ਸ਼ੇਰਾਂ ਦਾ ਸਰੂਪ ਆ, ਬੱਬਰ ਸ਼ੇਰ ਦਾ ਸਰੂਪ ਬਖਸ਼ਿਆ ਸੱਚੇ ਪਾਤਸ਼ਾਹ ਜੀ ਨੇ। ਇਹ ਸਰੂਪ ਲੈ ਕੇ ਤੇ ਗਿੱਦੜਾਂ ਵਾਲੀਆਂ ਚਾਲਾਂ ਚੱਲਦੇ ਫਿਰਦੇ ਆ। ਓਏ ਸ਼ੇਰਾਂ ਦਾ ਸਰੂਪ ਲੈ ਕੇ ਗਿੱਦੜਾਂ ਦੀ ਚਾਲ ਚੱਲੋ, ਬੱਟਾਂ ਨਾ ਲਗਾਓ। ਖਾਲਸੇ ਦੀ ਸ਼ਾਨ ਤੇ, ਖਾਲਸੇ ਦਾ ਇੱਕੋ ਇੱਕ ਹਾਜ਼ਰਾ ਹਜ਼ੂਰ ਗੁਰੂ, ਜਿਸ ਦੀ ਹੈ ਮਹਿਮਾ ਨਾ ਲੋਕਾਂ ਦੀ ਜ਼ੁਬਾਨ ਤੇ। ਸੰਗਤ ਜੀ 10ਵੇਂ ਹਜ਼ੂਰ ਸਾਹਿਬ, 10ਵੇਂ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 10ਵੇਂ ਹਜ਼ੂਰ ਨੇ ਹਜ਼ੂਰ ਸਾਹਿਬ ਥਾਪਿਆ ਹੈ। ਆਪ ਗੁਰੂ ਗ੍ਰੰਥ ਸਾਹਿਬ ਗੁਰੂ ਅਸਥਾਨ ਤੇ ਐਵੇਂ ਹੀ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਹੈ ਜਹਾਨ ਤੇ। ਐਸਾ ਸਤਿਗੁਰੂ ਨਹੀਂ। ਐਸੇ ਸਤਿਗੁਰੂ ਦੀ ਗੋਦ ਵਿੱਚ ਸੱਜਣ ਵਾਲਿਓ ਸੁੰਦਰ ਸਜੇ ਹੋਏ ਇਹ ਸਤਿਗੁਰਾਂ ਦਾ ਦਰਬਾਰ ਬਹੁਤ ਸੁੰਦਰ ਹੈ। ਸੰਗਤ ਜੀ ਜੋ ਦੁਨੀਆ ਤੋਂ ਕਿਤੇ ਨਾ ਮਿਲੇ ਨਾ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਦਿੰਦੇ ਆ। ਗੁਰੂ ਕਲਗੀਧਰ ਜੀ ਨੇ ਐਵੇਂ ਨਹੀਂ ਲਿਖਿਆ, ਇੱਕ ਇੱਕ ਅੱਖਰ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਕੀਰਤਨ ਕਰ ਰਹੇ ਸੀ ਤੇ 10ਵੇਂ ਮਹਾਰਾਜ ਦੀ ਬਾਣੀ ਦੇ ਵਿੱਚੋਂ ਪ੍ਰਮਾਣ ਦੇ ਰਹੇ ਸੀ। ਏਡੀ ਵੱਡੀ ਵਿਦਵਤਾ ਸਤਿਗੁਰੂ ਜੀ, ਏਡੇ ਮਹਾਨ ਤੁਸੀਂ, ਪਰ ਅਫਸੋਸ ਅੱਜ ਅਸੀਂ ਉਹ ਗਿਆਨ ਨਹੀਂ ਲਿਆ, ਨਾ ਪੜ੍ਹਿਆ ਨਾ ਵਿਚਾਰਿਆ, ਉਲਟਾ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਖੈਰ ਮੇਰੇ ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਮਿਹਰਮਤ ਕਰਨ। ਸੰਗਤ ਜੀ ਉਹ ਮਹਾਨ ਸਤਿਗੁਰੂ ਜੀ ਨੇ ਔਰ ਉਹਨਾਂ ਸਤਿਗੁਰਾਂ ਕਿਰਪਾ ਕੀਤੀ ਆ, ਜੋ ਹੁਕਮ ਲਾਇਆ ਉਹਦੇ ਉੱਤੇ ਚੱਲਣ ਦਾ ਆਪਾਂ ਯਤਨ ਡਟ ਕੇ ਕਰਨਾ। ਆਓ ਉਹ ਪੰਕਤੀਆਂ ਦੁਹਰਾਈਏ, ਮੇਰਾ ਮਨ ਕਰਦਾ, ਵੈਸੇ ਅੱਗੇ ਵੀ ਗਾਉਣੇ ਆ। ਸੰਗਤ ਜੀ ਉਹ ਸੱਚ ਹੈ ਤੇ ਸੱਚ ਸਦਾ ਵਾਸਤੇ ਹੀ ਰਹਿੰਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸੱਚ ਹੈ ਉਹ ਮੈਲਾ ਨਹੀਂ ਹੁੰਦਾ, ਨਾਮ ਨੂੰ ਮੈਲ ਨਹੀਂ ਲੱਗਦੀ। ਸੱਚ ਪੁਰਾਣਾ ਨਾਂ ਥੀ ਹੈ, ਨਾਮ ਨਾ ਮੈਲਾ ਹੋਏ। ਫਿਰ ਇਹ ਨਾਮ ਵੀ ਹੈ, ਨਾਮ ਸਰੂਪ ਬਾਣੀ ਮੇਰੇ ਸਾਹਿਬ ਜੀ ਕਲਗੀਧਰ ਜੀ ਕੀ ਕਹਿੰਦੇ ਸੰਗਤ ਜੀ, ਇੱਥੋਂ ਕੋਈ ਖਾਲੀ ਜਾ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਸਭ ਥਾਈ ਹੋਏ ਸਹਾਏ ਜੀ, ਸਭ ਥਾਈ ਹੋਏ ਸਹਾਏ, ਸਭ
थाई होए सहाय जी, सब थाई होए सहाय। तेग बहादुर सिमरिए, तेग बहादुर सिमरिए, तेग बहादुर सिमरिए, तेग बहादुर सिमरिए। कर नौ निद आवे ताए, कर नौ निद आवे ताए, पढ़ो। कर नौ निद आवे ताए, कर नौ निद आवे ताए। सब थाई होए सहाय, सब थाई होए सहाय, सब थाई होए सहाय, सब थाई होए सहाय। संगत जी ऐसे ਸਾਹਿਬ जिन्हां ਲਈ ਆਪ ਲੈ ਕੇ ਗਏ 10ਵੇਂ ਪਾਤਸ਼ਾਹ ਜੀ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ੀ, ਐਸੇ ਦਿਆਲੂ ਕਿਰਪਾਲੂ ਸਤਿਗੁਰੂ ਜੀ ਦਾ ਪ੍ਰਗਟ ਦਿਹਾੜਾ ਹੈ। ਉਹ ਪ੍ਰਗਟ ਹੋਇਆ ਸੰਗਤ ਜੀ, ਉਹ ਗੁਰੂ ਕੀ ਨਗਰੀ, ਧੰਨ ਗੁਰੂ ਰਾਮਦਾਸ, ਤੇਰੀ ਨਗਰੀ ਵਰਗੀ ਵੀ ਦੁਨੀਆ ਤੇ ਨਗਰੀ ਕੋਈ ਨਹੀਂ। ਉਹ ਪਾਕ ਪਵਿੱਤਰ ਮੁਕੱਦਸ ਧਰਤੀ, ਉਹ ਪਾਕ ਪਵਿੱਤਰ ਅੰਮ੍ਰਿਤ ਸਰੋਵਰ, ਜਿਹੜਾ ਅੱਜ ਵੀ ਕੈਂਸਰਾਂ ਦੇ ਰੋਗ ਜਿਹੜੇ ਕਿਤੇ ਉਹ ਨਹੀਂ ਠੀਕ ਹੁੰਦੇ ਨਾ, ਅੱਜ ਵੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟੁੱਬੇ ਲਾ ਲਾ ਕੇ ਉੱਥੇ ਬਾਣੀ ਸੁਣ ਕੇ ਉਹ ਨਿਰੋਗ ਹੋ ਕੇ ਜਾ ਰਹੇ। ਸੰਗਤ ਜੀ ਵੱਡੀ ਕਿਰਪਾ, ਸਤਿਗੁਰਾਂ ਦੀ ਦਾਤ ਬੜੀ ਵੱਡੀ, ਸਤਿਗੁਰਾਂ ਦੀ ਕਲਾ ਬੜੀ ਵੱਡੀ, ਵਰਤਦੀ ਰਹੀ, ਵਰਤਦੀ ਹੈ ਤੇ ਸਦਾ ਹੀ ਵਰਤਦੀ ਰਹੇਗੀ। ਭਾਗਾਂ ਵਾਲਿਓ, ਬਹੁਤ ਪ੍ਰੇਮ ਨਾਲ ਭਾਈ ਸਾਹਿਬ ਅਮਰਜੀਤ ਸਿੰਘ ਜੀ ਪੈਂਕੀ ਜੀ, ਪਹਿਲਾਂ ਸਰਦਾਰ ਕੁਲਮੋਹਰ ਸਿੰਘ ਜੀ, ਉਹਨਾਂ ਜਿਹੜੇ ਬਚਨ ਕੀਤੇ ਨਾ, ਉਹਨਾਂ ਬਚਨਾਂ ਵਿੱਚ ਬੜਾ ਵੱਡਾ ਵੱਲ ਜੇ। ਪਰ ਆਓ ਉਹਨਾਂ ਨੂੰ ਮੈਂ ਆਪ ਜੀ ਦੇ ਪ੍ਰੇਮ ਦੇ ਵਿੱਚ ਯਤਨ ਕਰਾਂ ਕਿ ਉੱਥੇ ਜੋ ਇੱਕ ਪ੍ਰੇਮ ਬਣਦਾ ਉਹ ਬਿਨਾਂ ਕਰਾਂ। ਉਸ ਤੋਂ ਪਹਿਲਾਂ ਮੇਰਾ ਮਨ ਕਰਦਾ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਸਭ ਜਗ੍ਹਾ ਹੀ ਸਹਾਇਤਾ ਕਰਦੇ ਹੋ, ਔਰ ਜਿਹੜਾ ਯਾਦ ਕਰਦਾ ਨਾ ਪ੍ਰੇਮ ਨਾਲ, ਉਹਦੇ ਘਰ ਦੇ ਵਿੱਚ 9 ਨੇ ਦਾ 18 ਸਦਾ ਧੱਕੇ ਦੇ ਕੇ ਆਉਂਦੀਆਂ ਨੇ। ਮਹਾਰਾਜ ਜੀ ਤੁਸੀਂ ਤਾਰਨਹਾਰ ਹੋ, ਸਤਿਗੁਰੂ ਕਿਰਪਾ ਕਰੋ, ਆਪ ਜੀ ਦੇ ਪੰਥ ਦੇ ਵਿੱਚ ਏਕਾ ਇਤਫਾਕ ਹੋਵੇ, ਕਿਰਪਾ ਕਰੋ, ਅਸੀਂ ਮਹਾਰਾਜ ਬੇਲੋੜੇ ਜੇ ਵਿਵਾਦਾਂ ਤੋਂ ਬਚ ਜਾਈਏ। ਸਾਹਿਬ ਜੀ ਕਿਰਪਾ ਕਰੋ, ਆਪ ਹੀ ਆਪਣੇ ਪੰਥ ਦੀ ਅਗਵਾਈ ਕਰੋ। ਤੇ ਖਾਲਸਾ ਜੀ, ਜੇ ਇਹ ਗੱਲਾਂ ਤੁਸੀਂ ਚਾਹੁੰਦੇ ਹੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੇਡ ਬਣੇ, ਅਸੀਂ ਇੱਕ ਦੂਜੇ ਵੱਲ ਆਨੀਆਂ ਅੱਖੀਆਂ ਨਾ ਕੱਢੀਏ, ਇੱਕ ਦੂਜੇ ਨੂੰ ਪ੍ਰੇਮ ਕਰੀਏ, ਇੱਕ ਦੂਜੇ ਤੇ ਐਵੇਂ ਉਧਰੋਂ ਤੇ ਉਧਰੋਂ ਬਿਆਨਬਾਜ਼ੀਆਂ ਕਰ ਕਰਕੇ ਹਾਸਾ ਠੱਠਾ ਸਿੱਖੀ ਦਾ ਮਨਾਈਏ। ਔਰ ਉਹ ਦਾਤਾਂ, ਉਹ ਇਤਿਹਾਸ, ਉਹ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬੋਲ, ਉਹ ਕੋਈ ਮਿਟਾ ਨਹੀਂ ਸਕਦਾ। ਤੇ ਕੋਈ ਉਹਨਾਂ ਨੂੰ ਕਹਿ ਕੇ ਵੀ ਉਹ ਹੈ ਹੀ ਨਹੀਂ ਜਾਂ ਨਹੀਂ ਹੋਏ, ਇਹ ਗੱਲ ਕਹਿ ਕੇ ਕਿ ਉਹਨਾਂ ਅਸਥਾਨਾਂ ਦੇ ਜੋ ਪਾਕ ਪਵਿੱਤਰ ਸੁੰਦਰ ਸਤਿਗੁਰੂ ਦੇ ਅਸਥਾਨ ਸਜੇ ਹੋਏ ਆ, ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਪੰਥ ਨੂੰ ਮਿਟਾਉਣ ਵਾਲੇ ਬੜੇ ਆਏ। ਖਾਲਸਾ ਜੀ ਤੁਹਾਡੇ ਵੱਡ ਵਡੇਰੇ ਘੋੜਿਆਂ ਦੀਆਂ ਕਾਠੀਆਂ ਉੱਤੇ ਰਾਤਾਂ ਕੱਟੀਆਂ, ਘੋੜਿਆਂ ਦੀਆਂ ਰਾਕੀਆਂ ਦੀਆਂ ਪਿੱਠਾਂ ਉੱਤੇ ਕਿਤੇ ਅੱਖ ਲੱਗ ਜਾਣੀ, ਸੁੱਖ ਦੂਜੇ ਦਿਨ ਫਿਰ ਤੇਗਾਂ ਵਾਹੁਣੀਆਂ। ਕੈਸਾ ਇਤਿਹਾਸ ਹੈ ਤੁਹਾਡਾ। ਟੁੱਟੇ ਜੇ ਘੋੜੇ ਸਿੰਘਾਂ ਕੋਲ, ਪਰ ਫਿਰ ਵੀ ਗਰਜਦੇ ਰਹੇ। ਉਹਨਾਂ ਰਾਜ ਭਾਗ ਕਾਇਮ ਕਰਕੇ ਦਿੱਤੇ, ਉਹਨਾਂ ਮਰਦਾਂ ਦੀ ਬਾਈ ਹੋਈ ਤੇਗ ਦਾ ਸਦਕਾ ਅੱਜ ਅਸੀਂ ਇਸ ਧਰਤੀ ਤੇ ਬੈਠੇ ਹਾਂ। ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਨਹੀਂ ਸੀ। ਉਹ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ, ਜਥੇਦਾਰ ਜੱਸਾ ਰਾਮਗੜੀਆ ਸਾਹਿਬ ਜੱਸਾ ਸਿੰਘ ਜੀ, ਬਾਬਾ ਬਘੇਲ ਸਿੰਘ ਜੀ, ਖਾਲਸਾ ਜੀ ਸਤਿਕਾਰਯੋਗ ਬਾਬਾ ਤਾਰਾ ਸਿੰਘ ਜੀ, ਘੇਬਾ ਮਾਂ ਸਿੰਘ ਜੀ, ਤੇ ਹੋਰ ਪਤਾ ਨਹੀਂ ਕਿੰਨੇ ਕੁ ਗੁਮਨਾਮ ਬਾਣੀ ਬਾਣੇ ਵਾਲੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਬੁੱਢੇ ਦਲ ਦੇ ਚੌਥੇ ਮੁਖੀ ਦੀ ਜਥੇਦਾਰੀ ਥੱਲੇ ਗਰਜੇ। ਔਰ ਖਾਲਸਾ ਜੀ ਅੱਜ ਤਦ ਆਪਾਂ ਇੱਥੇ ਸਜੇ ਹੋਏ ਆ, ਤੇ ਦੀਵਾਨ ਹਾਲ ਜਿੱਥੇ ਬਾਹਰ 4 ਚੁਫੇਰੇ, ਬੜੀਆਂ ਵੱਡੀਆਂ ਸੁੰਦਰ ਸਜਾਵਟਾਂ, ਅੱਖੀਆਂ ਨਹੀਂ ਹਟਦੀਆਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਤੋਂ ਅੱਖੀਆਂ ਕਿਤੇ ਉਧਰ ਕਰੀਏ। ਇੰਨਾ ਸੁੰਦਰ ਸਜਿਆ, ਭਾਗਾਂ ਵਾਲੇ ਇਹ ਸਾਰੇ ਜਿਨ੍ਹਾਂ ਜਿੱਥੇ ਆਪ ਸਜੇ ਨੇ, ਉੱਥੇ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਾਇਆ। ਔਰ ਇਸ ਲਈ ਮੁਬਾਰਕਬਾਦ, ਵਡਭਾਗਾ ਸਮਾਂ। ਤੇ ਮੇਰਾ ਮਨ ਕਰਦਾ ਵੀ ਹੱਥ ਬੰਨ ਕੇ ਕਰੀਏ ਅਰਦਾਸ ਸਾਰੇ ਕਿ ਸਾਹਿਬ ਜੀ ਤੁਸੀਂ ਤੇ ਹਰ ਜਗ੍ਹਾ ਸਹਾਇਤਾ ਕਰਦੇ ਹੋ, ਫੇ ਇਹ ਮੇਰਾ ਸਾਹਿਬ ਕਿਰਪਾ ਕਰੇ ਅੱਜ ਪੰਥ ਦੇ ਹਰ ਜਗ੍ਹਾ ਸਹਾਈ ਹੋਵੇ, ਝੰਡੇ ਝੂਲਣ ਤੇ ਰਹਿਣ ਦੀਵਾਨ ਸਜਦੇ ਕਲਾ ਪੰਥ ਦੀ ਧੂੜ ਸਵਾਈ ਹੋਵੇ, ਹਰ ਇੱਕ ਦਿਲ ਚੋਂ ਪ੍ਰੇਮ ਦੀ ਬਹੇ ਗੰਗਾ, ਹਰ ਪਰਿਵਾਰ ਵਿੱਚ ਸੁਲਾ ਸਫਾਈ ਹੋਵੇ। ਅੱਜ ਮੋਰਾਂ ਵਾਲੀਆਂ ਵੱਲੋਂ ਤੁਸੀਂ ਸਾਰਿਆਂ ਨੇ ਮੇਰੇ ਸਾਹਿਬ ਦੇ ਪ੍ਰਗਟ ਦਿਹਾੜੇ ਦੀ ਬੇਅੰਤ ਵਧਾਈ ਹੋਵੇ, ਬਹੁਤ ਵਧਾਈ ਹੋਵੇ। ਕੌਣ ਆਇਆ ਜੀ?
ਜਿਹਨੇ ਰੁੜੀ ਜਾਂਦੀ ਇਸ ਹਿੰਦ ਨੂੰ ਰੱਖਿਆ। ਕੌਣ ਆਇਆ? ਉਹ ਮੇਰਾ ਸ਼ਹਿਨशाह ਆਇਆ। ਸੰਗਤ ਜੀ, ਵੀਰ ਪਿੰਕੀ ਜੀ ਨੇ ਬਚਨ ਕੀਤਾ ਨਾ, ਕੱਪੜੇ ਲਾ ਕੇ ਗਲ ਪਾ ਦਿੱਤੇ। ਉਹ ਵੀਰ ਦੇ ਕੋਲੋਂ ਜਦੋਂ ਆਏ, ਮਾਤਾ ਨੇ ਆਖਿਆ ਕਿ ਇਹ ਲਾਲ ਜੀ ਕੀ ਕੀਤਾ? ਮੇਰੇ ਧੰਨ ਸਾਹਿਬ ਸੱਚੇ ਪਾਤਸ਼ਾਹ ਜੀ, ਮਾਂ ਬਾਪੂ ਦੇ ਭੰਡਾਰੇ ਬੜੇ ਭਰੇ ਹੋਏ ਆ, ਅਮੜੀਏ ਉੱਥੋਂ ਮੈਨੂੰ ਹੋਰ ਮਿਲ ਜੂ। ਉਹਦੀ ਮਾਂ ਕੋਲ ਉਹਦੇ ਪਾਉਣ ਵਾਸਤੇ ਕੱਪੜਾ ਹੈ ਨਹੀਂ ਸੀ। ਮਾਂ, ਮੇਰੇ ਤੋਂ ਕਿਸੇ ਦਾ ਨੰਗੇਜ਼ ਬਰਦਾਸ਼ਤ ਨਹੀਂ ਹੁੰਦਾ। ਗੁਰਸੰਗਤ ਜੀ, ਜਿਹੜੇ ਸਤਿਗੁਰੂ ਇੱਕ ਬੱਚੇ ਨੂੰ ਨੰਗਾ ਹੋਇਆ ਨਹੀਂ ਸੀ ਦੇਖ ਸਕੇ ਨਾ, ਉਹ ਹਿੰਦੁਸਤਾਨ ਤੇ ਸਾਰਾ ਹੀ ਨੰਗਾ ਕਰ ਦਿੱਤਾ ਸੀ। ਉਹ ਰੰਗ ਸੇਵ ਨੇ, ਉਹ ਕਿਵੇਂ ਚੱਲ ਜਾਂਦੇ? ਐਸੇ ਸਤਿਗੁਰੂ ਆਏ ਨੇ ਜਿਨ੍ਹਾਂ ਸਾਨੂੰ ਬਚਾਇਆ, रुड़ी जाती हिंद नू बचाया, देश बचाया। सच्चाई है ये तिलक और जंजू कायम है कि रहमते कादर का सदका, ये पत्थ और पर्दे कायम है कि धर्म की चादर का सदका। कोई माने या ना माने, है दिल्ली अब तक बोल रही, मंदिरों के झंडे झूल रहे गुरु तेग बहादुर का सदका। सत श्री अकाल। धन गुरु तेग बहादुर साहब। आओ संगत जी, सानू ना फतेह गजाओ, उन्होंने गजा दियो। हाजर ने साहब सच्चे पातशाह जी गए नहीं किते। ਉਹ ਬੁੱਲਾ ਕਹਿੰਦਾ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਸਜਣਾ, ਉਹ ਤਾਈਓ ਦੇਂਦਾ ਦੱਖ ਨਹੀਂ, ਕਿਉਂਕਿ ਤੇਰੇ ਕੋਲ ਅੱਖ ਹੀ ਨਹੀਂ, ਉਹ ਹੈ ਨਹੀਂ ਤੇਰੇ ਕੋਲ, ਤੇ ਕੋ ਵੇਖਣ ਵਾਲੀ ਅੱਖ ਨਹੀਂ, ਪਰ ਤਾਈਓ ਦਿੰਦਾ ਦੱਖ ਨਹੀਂ। ਨਹੀਂ। ਉਹਨਾਂ ਦੀ ਗੱਲ ਕਰਦਾ। ਤੇ ਸਤਿਗੁਰੂ ਦੇ ਪਿਆਰੇ ਇਹਨਾਂ ਬਾਰੇ ਤੇ ਉਹ ਵੀ ਇਹ ਗੱਲ ਕਹਿੰਦਾ ਵਾਹ ਮੇਰੇ ਮੌਲਾ ਤੇਰੇ ਰੰਗ ਨਿਆਰੇ, ਭੂਰਿਆਂ ਵਾਲੇ ਰਾਜੇ ਕੀਤੇ, ਜਿਹੜੇ ਜੰਗਲਾਂ ਦੇ ਵਿੱਚ ਸੀ ਉਹ ਰਾਜੇ ਬਾਦਸ਼ਾਹ, ਤੇ ਉਧਰ ਮੁਗਲਾਂ ਜ਼ਹਿਰ ਪਿਆਲੇ ਪੀਤੇ। ਸੰਗਤ ਜੀ, ਏਡੀ ਵੱਡੀ ਕੁਰਬਾਨੀ ਕਰਕੇ ਰਾਜ ਭਾਗ ਕਾਇਮ ਕਰ ਦੇਣਾ, ਜੜਾਂ ਇੰਨੇ ਚਿਰ ਦੀਆਂ ਜਿਹੜੀਆਂ ਉਹਨਾਂ ਜ਼ਾਲਮਾਂ ਦੀਆਂ ਸੀ ਉਹ ਖੋਖਲੀਆਂ ਕਰ ਦੇਣੀਆਂ ਐਵੇਂ ਹੋ ਗਈਆਂ ਕਿਤੇ। ਪਹਿਲਾਂ ਸੀਸ ਕਟਵਾਉਣੇ ਪਏ ਆ, ਪਹਿਲਾਂ ਸੰਗਤ ਜੀ ਸਿਰਾਂ ਤੇ ਆਰੇ ਫਰਾਉਣੇ ਪਏ ਆ। ਉਹ ਭਾਗਾਂ ਵਾਲਿਓ, ਜਿਉਂਦਿਆਂ ਨੂੰ ਅੱਗ ਵਿੱਚ ਸੜਨਾ ਪਿਆ। ਜਦੋਂ ਵੀ ਕੁਰਬਾਨੀ ਹੁੰਦੀ ਹੈ ਉਦੋਂ ਕੌਮ ਚੜ੍ਹਦੀ ਕਲਾ ਵਿੱਚ ਜਾਂਦੀ ਆ। ਆਓ ਸੰਗਤ ਜੀ, ਜਿੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੇ ਸ਼ਹੀਦਾਂ ਦਾ ਜ਼ਿਕਰ ਕਰੀਏ ਤੇ ਦਾਸਤਾਨ ਬੜੀ ਲੰਬੀ ਆ। ਭਾਵ ਪੋਪਟ ਵਰਗੇ, ਭਾਈ ਤਾਰੇ ਵਰਗੇ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਇਆ, ਪਰ ਗੁਰੂ ਅਰਜਨ ਸਾਹਿਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਚੋਂ ਕੀ ਪ੍ਰਗਟ ਹੋਇਆ ਉਹ ਬਿਨਾਂ ਕਰਾਂ। ਉਸ ਤੋਂ ਪਹਿਲਾਂ ਆਪ ਸਭ ਨੂੰ ਹੱਥ ਬੰਨ ਕੇ ਬੇਨਤੀ, ਇੱਕ ਵਾਰੀ ਚੜ੍ਹਦੀ ਕਲਾ ਚ ਗਰਜ ਕੇ ਗਜਾਈਏ ਫਤਿਹ, ਸਤਿਗੁਰਾਂ ਨੂੰ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਘਰਾਣਾ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਆਪ ਵੀ ਧੰਨ, ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਤਾਨ ਵੀ ਧੰਨ। ਪਰ ਵੇਖੋ ਕਿੱਡਾ ਵੱਡਾ ਮਾਣ ਦਿੱਤਾ ਸਤਿਗੁਰਾਂ ਨੇ, ਕਲਗੀਧਰ ਜੀ ਨੇ ਤੁਸਾਂ ਨੂੰ। ਉਹ ਐਵੇਂ ਨਹੀਂ ਮਿਲਿਆ, ਕਿੱਡਾ ਵੱਡਾ ਮਾਣ ਕਿ ਖਾਲਸਾ ਮੇਰਾ ਸਪੁੱਤਰ ਹੈ, ਇਹ ਨਾਦੀ ਪੁੱਤਰ ਹੈ ਮੇਰਾ ਖਾਲਸਾ। ਔਰ ਸੰਗਤ ਜੀ, ਐਸਾ ਹੈ ਕੋਈ ਦੁਨੀਆ ਉੱਤੇ ਆਪਣੀ ਔਲਾਦ ਤੋਂ, ਆਪਣੇ ਬੱਚਿਆਂ ਤੋਂ ਸਾਰਾ ਕੁਝ ਵਾਰ ਕੇ ਸੁੱਟ ਦਿੱਤਾ ਜਾਂਦਾ, ਪਰ ਖਾਲਸੇ ਉਤੋਂ, ਆਪਣੇ ਖਾਲਸੇ ਉਤੋਂ, ਜਿਹਨੂੰ ਕਿਹਾ ਮੇਰਾ ਖਾਸੁਲ ਖਾਸ ਰੂਪ, ਉਸ ਖਾਲਸੇ ਦੇ ਉਤੋਂ ਆਪਣੇ ਚਾਰੇ ਪੁੱਤਰ ਕੋਈ ਵਾਰ ਦੇਵੇ ਹੈ ਕੋਈ ਦੁਨੀਆ ਉੱਤੇ? ਮੇਰਾ ਕਲਗੀਆਂ ਵਾਲਾ ਹੀ ਪੁੱਛਿਆ ਜੀ ਇਹ ਖੇਡ ਕਿਵੇਂ ਮਾਰਿਆ? ਕਹਿੰਦੇ ਅਜੀਤ ਤਦ ਵਾਰਿਆ ਹੀ ਕਿ ਮੇਰਾ ਪੰਥ ਅਜਿੱਤ ਰਵੇ, ਇਹਨੂੰ ਕੋਈ ਜਿੱਤ ਨਾ ਸਕੇ ਤੇ ਨਾ ਕੋਈ ਜਿੱਤ ਸਕੇਗਾ। ਇਹ ਜੁਝਾਰ ਸਿੰਘ ਜੁਝਾਰੂ ਸੀ, ਮੇਰਾ ਪੰਥ ਜੁਝਾਰੂ ਵੀ ਰਵੇ। ਸੰਗਤ ਜੀ, ਸੀਸ ਧੌਣ ਉੱਚੀ ਕਰਕੇ ਜੀਵੇ ਦੁਨੀਆ ਦੇ ਵਿੱਚ, ਕਿਉਂਕਿ ਗੁਲਾਮੀ ਵਰਗੀ ਲਾਹਨਤ ਕੋਈ ਨਹੀਂ ਤੇ ਸੁਤੰਤਰਤਾ ਵਰਗੀ ਸ਼ਾਨ ਕੋਈ ਨਹੀਂ। ਹਾਂ, ਮੇਰੇ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜ਼ੋਰਾਵਰ ਸਿੰਘ ਤਦ ਵਾਰਿਆ ਕਿ ਇਹ ਜ਼ੋਰਾ ਬਾਰੇ। ਤੇ ਮਹਾਰਾਜ ਫਤਿਹ, ਮਹਾਰਾਜ ਕਹਿੰਦੇ ਮੇਰੇ ਪੰਥ ਦੀ ਹਰ ਮੈਦਾਨ ਫਤਿਹ ਰਵੇ। ਮੈਂ ਫਤਿਹ ਸਿੰਘ ਵੀ ਇਹਨਾਂ ਤੋਂ ਵਾਰ ਦਿੱਤਾ। ਆਪਣੇ ਪੁੱਤਰ ਵਾਰ ਕੇ ਪੁੱਤਰ ਧੀਆਂ ਕਿਹਨਾਂ ਨੂੰ ਬਣਾਇਆ? ਸਾਨੂੰ। ਉੱਥੋਂ ਆਏ ਹਾਂ ਅਸੀਂ ਸਿੱਧੇ ਹੀ ਸ਼੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਗੁਰੂ ਕੀ ਕਾਸ਼ੀ, ਜਿੱਥੇ ਕੋਈ ਮੂੜ ਤੋਂ ਮੂੜ ਜਾ ਕੇ ਵੀ ਦਰਸ਼ਨ ਕਰੇ, 35 ਲਿਖਾਵੇ, ਵੱਡਾ ਵਿਦਵਾਨ ਬਣ ਜਾਂਦਾ। ਕਿੰਨੇ ਬਣੇ ਸੰਗਤ ਜੀ? ਜਿੱਥੇ ਬਾਬਾ ਜੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ, ਉਹਨਾਂ ਦੇ ਅਸਥਾਨ, ਕਿਤੇ ਬਾਬਾ ਜੀ ਦਾ ਖੂਹ, ਕਿਤੇ ਬਾਬਾ ਜੀ ਦੀ ਚੱਲਦੀ ਭੋਰੇ ਵਿੱਚ ਕਲਮ, ਕਿਤੇ ਖੜਕਦਾ ਖੰਡਾ, ਉਸ ਮਰਦ ਦੇ ਉੱਥੇ ਦੀਦਾਰੇ ਹੁੰਦੇ ਆ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਉਸ ਦਾ ਉੱਥੇ
ਮੁੱਖ ਪੜਾ, ਕਿਉਂਕਿ ਆਪ ਜੀ ਦਰਸ਼ਨ ਕਰਦੇ ਰਹਿੰਦੇ ਹੋ ਦਲ ਪੰਥ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਪੰਜਵਾਂ ਤਖਤ ਚੱਲਦੇ ਵੀਰ ਦੇ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਸਾਹਿਬ ਜੀ 96 ਕਰੋੜੀ ਜੀ ਬੜਾ ਪ੍ਰੇਮ ਰੱਖਦੇ ਆ ਦਿੱਲੀ ਦੀ ਸੰਗਤ ਨਾਲ। ਇਦਾਂ ਹੀ ਵਿਧੀ ਚੰਦੀਏ ਮਹਾਂਪੁਰਖ ਮਿਸਲ ਸ਼ਹੀਦਾਂ ਤਰਨਾ ਦਲ ਸਾਰੇ ਹੀ ਪਿਆਰ ਕਰਦੇ ਨੇ। ਬਾਬਾ ਅਵਤਾਰ ਸਿੰਘ ਜੀ ਖੈਰ ਉਹ ਸਾਰੇ ਇਕੱਤਰਤ ਸਨ। ਜਦੋਂ ਦੱਸਿਆ ਵੀ ਆਪ ਜੀ ਦੇ ਦਰਸ਼ਨਾਂ ਲਈ ਅਸੀਂ ਪਹੁੰਚਣਾ, ਉਹਨਾਂ ਵੀ ਆਪ ਜੀ ਦੇ ਨਾਲ ਗਰਜ ਕੇ ਫਤਿਹ ਗਜਾਈ ਤੇ ਕਹਿਣ ਲੱਗੇ ਦਿੱਲੀ ਦੀਆਂ ਸੰਗਤਾਂ ਮੁੱਢ ਕਦੀਮਾਂ ਤੋਂ ਵੇਖ ਲਓ, ਜਦੋਂ ਵੀ ਕੋਈ ਗੱਲ ਬਣਦੀ ਏ ਕੁਰਬਾਨੀ ਦੇ ਲਈ ਇਹਨਾਂ ਨੂੰ ਹੀ ਅੱਗੇ ਲੱਗਣਾ ਪੈਂਦਾ। ਚੰਦੂ ਦੁਸ਼ਟ ਵਾਲੀ ਗੱਲ ਕੀਤੀ ਸੰਗਤ ਜੀ। ਚੰਦੂ ਜਿਹੜਾ ਇਹ ਗੱਲ ਕਹਿੰਦਾ ਸੀ ਵੀ ਗੁਰੂ ਘਰ, ਉਹ ਕਿੱਥੇ ਰਿਸ਼ਤਾ ਕਰਿਓ, ਚਵਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਏ ਹੋ। ਤੇ ਫਿਰ ਦਿੱਲੀ ਦੀ ਸੰਗਤ ਹੀ ਸੀ ਨਾ ਤੜਫੁੱਟੀ, ਓਏ ਆਪ ਚਵਾਰੇ ਬਣ ਗਿਆ ਸਾਡੇ ਸਾਹਿਬ ਦੇ। ਉਸ ਘਰ ਨੂੰ ਇਸ ਪਾਪੀ ਨੇ ਮੋਰੀ ਆਖਿਆ ਜਿੱਥੋਂ ਸਾਰਾ ਗੰਦ ਘਰ ਦਾ ਨਿਕਲ ਕੇ ਜਾਂਦਾ। ਤੇ ਦਿੱਲੀ ਦੀ ਸੰਗਤ ਦੀ ਸਤਿਗੁਰਾਂ ਨੇ ਮੰਨੀ ਸੀ। ਜਦੋਂ ਸੰਗਤ ਨੇ ਲਿਖ ਕੇ ਘੱਲਿਆ ਸੀ ਨਾ, ਸੰਗਤ ਜੀ ਕੀ ਲਿਖਿਆ ਸੀ, ਉਹ ਲਿਖ ਕੇ ਇਹ ਗੱਲ ਘੱਲੀ ਸੀ, ਮਹਾਰਾਜ ਕਹਿੰਦੇ ਜੀ ਸੱਚੇ ਪਾਤਸ਼ਾਹ ਜੀ ਸੰਗਤ ਨੇ ਰਲ ਦਿੱਲੀੋਂ ਲਿਖਿਆ ਪਰਵਾਨਾ ਲਿਖਿਆ ਜੇ, ਇਹਨੂੰ ਪੜ੍ਹ ਲਿਓ ਜੇ। ਸੰਗਤ ਨੇ ਰਲ ਦਿੱਲੀੋਂ ਲਿਖਿਆ ਪਰਵਾਨਾ, ਜਿਸ ਵਿੱਚ ਲਿਖਿਆ ਖੋਲ ਕੇ ਸਾਰਾ ਅਫਸਾਨਾ, ਅੱਜ ਅੰਬਰ ਵੱਲ ਨੂੰ ਥੁੱਕਦਾ ਓ ਚੰਦੂ دیਵਾਨਾ। ਇਹ ਭਰਿਆ ਮਾਨ ਘੁਮਾਣ ਦਾ ਦੇਵੇ 100 ਤਾਨਾ, ਰਿਸ਼ਤਾ ਇਹਦਾ ਮੋੜ ਦੇ ਸੋਢੀ ਸੁਲਤਾਨਾ, ਇਹਦਾ ਵੜਦੇ ਨੱਕ ਕਰੋੜ ਕੇ ਵਿੱਚ ਦੋਹਾਂ ਜਹਾਨਾਂ। ਇਹ ਲੋਕਾਂ ਨੂੰ ਕਹਿੰਦਾ ਫਿਰਦਾ ਮੇਰਾ ਨੱਕ ਵੜਦਿਆ, ਮਾਰ ਚੰਗੀ ਤਰ੍ਹਾਂ ਹੀ ਵੜ ਦਿਓ ਫਿਰ। ਖੈਰ ਸੰਗਤ ਜੀ ਤੁਹਾਡੀ ਮੰਨੀ ਤੇ ਅੱਜ ਤੱਕ ਇਹ ਸਤਿਗੁਰੂ ਦੀ ਕਿਰਪਾ ਹੈ। ਇਹ ਧਰਤੀ ਜਿੱਥੇ ਮੇਰੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਏਡੀ ਵੱਡੀ ਇਸ ਦਿੱਲੀ ਨੂੰ ਬਚਾਉਣ ਲਈ ਉਹਨਾਂ ਦੀ ਕੁਰਬਾਨੀ ਜੇ। ਸੰਗਤ ਜੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਲਓ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਪ੍ਰਗਟ ਹੋਏ ਆ ਅੰਮ੍ਰਿਤਸਰ ਸਾਹਿਬ ਤੇ ਭਾਗ ਲਾਏ ਸ਼੍ਰੀ ਅਨੰਦਪੁਰ ਸਾਹਿਬ ਨੂੰ, ਉਹ ਆਨੰਦਾਂ ਦੀ ਪੁਰੀ, ਕਿਉਂਕਿ ਹੁਕਮ ਹੋਇਆ ਕਿ ਵੀਰ ਰਸੀ ਵਾਰ ਹੀ ਆਪ ਜੀ ਦੇ ਸਨਮੁਖ ਪੇਸ਼ ਕਰੀਏ। ਲਓ ਅੱਜ ਵੀਰ ਰਸ ਦੀ ਵਾਰ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰਦੇ ਆ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਰ ਉਪਕਾਰਾਂ ਦੀਆਂ ਵੱਡੀਆਂ ਵੱਡੀਆਂ ਝੜੀਆਂ ਲਾਈਆਂ। ਤਾਰੇ ਗਿਣੇ ਜਾਤ ਹੈ ਨਾ ਤੇਰੇ ਤਾਰੇ ਗਿਣੇ ਜਾਤ ਹੈ, ਜਿੰਨੇ ਕਿ ਤੁਸੀਂ ਤਾਰ ਦਿੱਤੇ ਜੀ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਗੁਰਸੰਗਤ ਜੀ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵੇਖੋ ਆਪਣੇ ਬਾਪੂ ਨੂੰ ਆਪ ਘੱਲਿਆ, ਮਹਾਰਾਜ ਬਚਾ ਲਓ, ਜੇ ਮੈਂ ਯਤੀਮ ਹੋ ਜਾ ਲੱਖਾਂ ਮਾਵਾਂ ਦੇ ਪੁੱਤ ਯਤੀਮ ਹੋਣੋਂ ਬਚਦੇ ਬਚਾਓ। ਬਹੁਤ ਵੱਡੀ ਕੁਰਬਾਨੀ ਹੋਈ। ਬਾਬਾ ਜੈਤਾ ਜੀ ਮੁਕਤਸਰ ਜੀ ਅਰਜ਼ ਕਰਾਂ, ਬਾਬਾ ਜੈਤਾ ਜੀ ਲੈ ਕੇ ਸੀਸ ਪਹੁੰਚੇ ਆ ਸ਼੍ਰੀ ਅਨੰਦਪੁਰ ਸਾਹਿਬ ਤੇ ਮੇਰੇ ਸਤਿਗੁਰੂ ਇੱਕ ਪਾਸੇ ਬਾਪੂ ਦੇ ਸੀਸ ਨੂੰ ਚੰਡਾ ਅਗਨੀ ਦਿਖਾ ਦਿੱਤੀ, ਉਹ ਵੀ ਸੀਸਗੰਜ ਸਾਹਿਬ ਤੇ ਆ ਵੀ ਸੀਸਗੰਜ ਸਾਹਿਬ। ਇਹ ਕਿਉਂ? ਕਿਉਂਕਿ ਇੱਥੇ ਸੀਸ ਸਤਿਗੁਰਾਂ ਦਾ ਜੁਦਾ ਹੋਇਆ। ਸੰਗਤ ਜੀ ਜਦੋਂ ਸੋਚਦੇ ਹੁੰਦੇ ਹੋ ਨੈਣਾਂ ਦੇ ਵਿੱਚ ਅਥਰੂ ਮੱਲੋ ਮੱਲੀ ਨਹੀਂ ਆ ਜਾਂਦੇ, ਜਦੋਂ ਸੋਚੀਦਾ ਮਹਾਰਾਜ ਸਾਡੇ ਵਾਸਤੇ ਆ ਦੇਸ਼ ਵਾਸਤੇ ਜਿਹੜੇ ਅੱਜ ਕਿਤਾਬਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਹੋਰ ਹੀ ਪੜ੍ਹਾਈ ਜਾਂਦੇ ਆ, ਇਹਨਾਂ ਲਈ ਏਡੀ ਕੁਰਬਾਨੀ ਤੇ ਉਹ ਕੈਸੀ ਕਿਵੇਂ ਖੇਡ ਵਰਤਦੀ ਆ। ਸੰਗਤ ਜੀ ਨਹੀਂ ਝੱਲਣ ਦਾ। ਔਰ ਉੱਥੇ ਉਹ ਸੀਸ ਜਿਹੜਾ ਇੱਥੋਂ ਗਿਆ ਨਾ, ਉਹਦਾ ਸੰਸਕਾਰ ਸ਼੍ਰੀ ਅਨੰਦਪੁਰ ਸਾਹਿਬ ਹੋ ਰਿਹਾ। ਤੇ ਵੇਖੋ ਮੇਰਾ ਕਲਗੀਆਂ ਵਾਲਾ ਬੁਲਾ ਕੇ ਕੋਲ ਜੈਤਿਆ ਇੱਧਰ ਆ, ਵੇਖਿਆ ਸੰਗਤ ਵੈਰਾਗੀ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਮਨ ਵਿੱਚ ਆਇਆ ਇਹ ਵੈਰਾਗ ਦੇ ਬਹਿਣ ਵਿੱਚ ਕਿਤੇ ਬਹਿੰਦੇ ਬਹਿੰਦੇ ਐਸੇ ਹੀ ਨਾ ਬਣ ਜਾਣ ਕੇ ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚਲੀਏ, ਜੀਵਨ ਲੀਲਾ ਸਮਾਪਤ ਕਰ ਲੈਣ। ਇਹਨਾਂ ਨੂੰ ਹੁਣ ਬਚਾਉਣਾ ਚਾਹੀਦਾ। ਸਦਕੇ ਜੈਤੇ ਨੂੰ ਕੋਲ ਜੈਤਾ ਜੀ ਰੰਗਰੇਟੇ ਗੁਰੂ ਕੇ ਬੇਟੇ ਜੀ, ਅਸੀਂ ਆਪਣਾ ਪੁੱਤ ਬਣਾਉਣੇ ਆ। 10 ਜੈਤਿਆ ਦਿੱਲੀ ਕੀ ਹੋਇਆ? ਜਦੋਂ ਪੁੱਛਿਆ ਨਾ ਸੰਗਤ ਜੀ, ਜੋ ਦਿੱਲੀ ਦੇ ਹਾਲਾਤ ਸਨ, ਔਰੰਗਜ਼ੇਬ ਦਾ ਭੈੜਾ ਰਾਜ, ਸਵਾ ਮਣ ਜਨੇਊ ਰੋਜ਼ ਲਾਉਂਦਾ ਤੇ ਮੰਦਰ ਢਾਹ ਕੇ ਮਸੀਤਾਂ ਬਣਾਉਂਦਾ। ਅੱਜ ਵੀ ਵੱਡੇ ਵੱਡੇ ਮੰਦਰ ਉੱਥੇ ਅੱਧਿਓਂ ਵੱਧ ਉਹਨਾਂ ਦੇ ਪਹਿਰੇ, ਉਹਨਾਂ ਕੋਲੋਂ ਧਰਤੀ। ਖੈਰ ਮੁੱਕਦੀ ਗੱਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਿਹਾ ਉਹ ਬਿਲਕੁਲ ਦਰੁਸਤ ਹੈ। ਮਤਾਂ ਕੋਈ ਭਲੇਖਾ ਖਾਵੇ, ਛਾਏ ਜਾਤੀ ਏਕਤਾ ਅਨੇਕਤਾ ਬਲਾਏ ਜਾਤੀ ਹੋਵਤੀ ਕੁਚੀਲ ਤੱਕ ਤੇ ਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਤਥਾ ਬੇਦਨ ਪੁਰਾਨ ਕੀ, श्री गुरु गोविंद सिंह पावन परमसूर मूर्ति ना होती जो पे करना निदान की।
ਜੇ ਕਲਗੀਆਂ ਵਾਲਾ ਨਾ ਹੁੰਦਾ, ਦਸ਼ਮੇਸ਼ ਗੁਰਦਸ਼ਮੇਸ਼ ਨਾ ਹੁੰਦਾ, ਦੇਸ ਨਾ ਹੁੰਦਾ। ਲਓ ਸੰਗਤ ਜੀ, ਮੇਰੇ ਬਾਜਾਂ ਵਾਲੇ ਸਤਿਗੁਰੂ ਜਦੋਂ ਪੁੱਛਿਆ, ਬਾਬਾ ਜੀ ਤਾਂ ਇੱਕ ਇੱਕ ਕਰਕੇ ਦੱਸਦਾ ਗਿਆ ਕਿਵੇਂ ਸਿਰਾਂ ਤੇ ਫਿਰ ਗਏ ਆਰੇ, ਕਿਵੇਂ ਦੇਗੇ ਦੇ ਵਿੱਚ ਕਾੜੇ, ਕਿਵੇਂ ਮਹਾਰਾਜ ਆਪ ਜੀ ਦੇ ਪਿਆਰੇ ਅੱਗ ਵਿੱਚ ਬੰਨ ਕੇ ਰੂਮ ਵਿੱਚ ਸਾੜੇ, ਔਰ ਕਿਵੇਂ ਸੀਸ ਤੇ ਚੱਲੀ ਤਲਵਾਰ। ਦੱਸਦਿਆਂ ਦੱਸਦਿਆਂ ਔਰੰਗਜ਼ੇਬ ਦਾ ਦੱਸਿਆ ਕਿ ਮਹਾਰਾਜ ਭੁੜਕ ਭੁੜਕ ਬੁੜਕ ਬੁੜਕ ਬੋਲ ਰਿਹਾ ਸੀ ਕਿ ਮੈਂ ਸਿਰ ਕਲਮ ਕਰ ਦਿਆਂਗਾ। ਹੈ ਕੋਈ ਹੋਰ ਵੀ ਸਿੱਖ ਆਵੇ ਸਾਹਮਣੇ, ਵੇਖਾਂ ਵੱਡੇ ਸਿੱਖਾਂ ਦੀ ਸਿੱਖੀ। ਸੰਗਤ ਜੀ ਜਦੋਂ ਇਹ ਗੱਲ ਆਖੀ, ਮਹਾਰਾਜ ਕਹਿੰਦੇ ਫਿਰ ਕੋਈ ਆਇਆ ਕਿ ਨਾ? ਮਹਾਰਾਜ ਕੋਈ ਵੀ ਨਹੀਂ। ਮਹਾਰਾਜ ਕਹਿੰਦੇ ਉੱਥੇ ਸਿੱਖ ਖੜੇ ਸਨ। ਸਹਿਬਾ ਕੀ ਪਤਾ ਤੇਰੇ ਸਿੱਖਾਂ ਦੀ ਕਿਹੜੀ ਕੋਈ ਵੱਖਰੀ ਪਹਿਚਾਣ ਹੈ? ਸੰਗਤ ਜੀ ਸਾਨੂੰ ਵੱਖਰੇ ਨਿਆਰੇ ਬਣਾਇਆ ਸੀ, ਰਲ ਗੱਡ ਉੱਥੇ ਹੀ ਜਾ ਕੇ ਡਿੱਗ ਜਾਈਏ, ਉਹ ਜੇ ਨਹੀਂ ਸੀ ਬਣਾਇਆ। ਲਓ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਜਿਉਂ ਜਿਉਂ ਸੁਣਦਾ ਗਿਆ ਕਿ ਡਰਦਾ ਕੋਈ ਅੱਗੇ ਨਹੀਂ ਆਇਆ, ਮਹਾਰਾਜ ਨੇ ਸਰ ਕਰਦੀ ਤੇਗ ਖਿੱਚ ਲਈ ਮਿਆਨ ਦੇ ਵਿੱਚੋਂ, ਧੂਕੇ ਮਿਆਨ ਦੇ ਵਿੱਚੋਂ ਤੇਗ। ਕਲਗੀਧਰ ਜੀ ਗਰਜਤ ਐਸੇ ਜਿਵੇਂ ਅਸਮਾਨਾਂ ਦੇ ਵਿੱਚ ਬਿਜਲੀ ਗਰਜਦੀ ਆ। ਗੱਜ ਕੇ ਕਹਿੰਦੇ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ, ਉਹ ਮੈਂ ਬਿਜਲੀ ਨਚਾਊਂ ਸ਼ਮਸ਼ੀਰਾਂ ਦੇ ਅੱਗੇ, ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜੂ, ਇੱਕ ਧਾਰੇ ਅੱਗੇ 22 ਤੈਨੂੰ ਰੋੜੂ, ਸਤਲੁਜ ਦੇ ਪਾਣੀ ਵਿੱਚ ਆ ਕੇ ਪਤਾਸੇ ਇਹਨਾਂ ਮੋਇਆਂ ਦੇ ਮੂੰਹ ਤੇ ਲਿਆਉਣੇ ਆ ਹਾਸੇ। ਜਿਹੜੇ ਕੰਮ ਰਹਿ ਗਏ ਕਲਮ ਤੋਂ ਅਧੂਰੇ ਹੁਣ ਕਰਾਂਗਾ ਤਲਵਾਰ ਨਾਲ ਪੂਰੇ। ਮੈਂ ਰਾਣਾ ਰੰਗ ਪੈਰਾਂ ਵਿੱਚ ਪੈਣਾ ਵਰਤਾਵਾਂ, ਮੈਂ ਤੱਕੜੀ ਵਾਲੇ ਹੱਥਾਂ ਚੋਂ ਤੇਗਾ ਫੜਾਵਾਂ, ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਵਾਂ, ਚਿੜੀਆਂ ਦੇ ਕੋਲੋਂ ਬਾਜਾਂ ਨੂੰ ਤੜਾਵਾਂ, ਤਵੇ ਗੋਬਿੰਦ ਸਿੰਘ ਨਾਮ ਕਹਾਵਾਂ। ਓਏ ਦੁਨੀਆ ਤੇ ਹੋਈ ਆ ਮਾਰੇ ਕਹਿੰਦੇ ਪਿਆਰ ਚੋਂ ਪੈਦਾ, ਤੇ ਮੈਂ ਕਰੂੰਗਾ ਬੰਦੇ ਤਿੱਖੀ ਤਲਵਾਰ ਚੋਂ ਪੈਦਾ। ਮਹਾਰਾਜ ਕਹਿੰਦੇ ਮੈਂ ਬੁਸਤਿਲਾਂ ਨੂੰ ਵੀਰ ਦਿਲ ਬਣਾਵਾਂਗਾ, ਬੇਗੈਰਤਾਂ ਦੇ ਅਣਖ ਦੇ ਚਲਾਵਾਂਗਾ, ਕੱਲੇ ਕੱਲੇ ਨੂੰ ਲੱਖਾਂ ਦੇ ਨਾਲ ਲੜਾ ਦਿਆਂਗਾ। ਤੇ ਨੀਚ ਜਿਨ੍ਹਾਂ ਨੂੰ ਦੁਰਕਾਰਿਆ ਜਾਂਦਾ ਉਹਨਾਂ ਨੂੰ ਸਰਦਾਰ ਬਣਾ ਦਿਆਂਗਾ। ਕੀ ਕਹਿੰਦੇ ਆ ਜੀ? ਐਸਾ ਪੰਥ ਜਾਵਾਂਗਾ ਚਿੜੀਆਂ ਤੋਂ ਬਾਜ, ਚਿੜੀਆਂ ਤੋਂ ਬਾਜ ਡਰਾਵਾਂਗਾ। ਰੱਖੂ ਰਹਿਤ ਉਹ ਪੰਜਾਂ ਕੱਕਿਆਂ ਦੀ ਹੋ, ਰੱਖੂ ਰਹਿਤ ਉਹ ਪੰਜਾਂ ਕੱਕਿਆਂ ਦੀ, ਬਾਫੜੂ ਜਹਾਨੋਂ ਧੱਕਿਆਂ ਦੀ, ਤੇ ਮਾਰੂ ਮਾਤਾ ਤੇ ਮਾਰੂ ਮਾਤੂ ਚੱਕਿਆਂ ਦੀ। ਇੱਕ ਐਸਾ ਪੰਥ ਸਜਾਵਾਂਗਾ ਚਿੜੀਆਂ ਤੋਂ ਬਾਜ, ਚਿੜੀਆਂ ਤੋਂ ਬਾਜ ਦੜਾਵਾਂਗਾ। ਐਸਾ ਪੰਥ ਜਾਵਾਂਗਾ ਚਿੜੀਆਂ ਤੋਂ ਬਾਜ ਡਰਾਵਾਂਗਾ। ਮੇਰਾ ਖਾਲਸਾ ਜਿੱਥੇ ਡੱਟ ਜਾਏਗਾ,
ਉਹਦੇ ਸੋਹੇ ਦੁਨੀਆ ਤੋਂ ਸ਼ਹੂ ਉਹਦੇ ਮੂੰਹ ਤੇ ਦਾੜੀ ਉਹਦੇ ਮੂੰਹ ਤੇ ਦਾੜੀ ਮੁੱਛਹੂ ਇੱਕ ਐਸਾ ਪੰਥ ਇੱਕ ਐਸਾ ਪੰਥ ਸਜਾਵਾਂਗਾ ਚਿੜੀਆਂ ਤੋਂ ਬਾਜ ਦੁਨੀਆ ਤੋਂ ਬਾਅਦ ਤੇਰਾ ਮੰਗਾ ਖਾਲਸਾ ਜੀ ਇਹ ਕਦੋਂ ਕਿਹਾ? ਜਦੋਂ ਏਡੀ ਵੱਡੀ ਕੁਰਬਾਨੀ ਐਸ ਧਰਤੀ ਤੇ ਹੋਈ, ਇੱਥੇ ਹੋਈ। ਉਹ ਕਿੱਡੀ ਵੱਡੀ ਕੁਰਬਾਨੀ, ਸੀਸ ਉੱਤੇ ਤਲਵਾਰ ਚੱਲ ਗਈ, ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਰੁੜੀ ਜਾਂਦੀ ਹਿੰਦ ਨੂੰ ਬਚਾਇਆ ਗਿਆ। ਖਾਲਸਾ ਜੀ ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਵੀ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਸੀ ਤੇ ਉਹਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਸਫੁੱਟਤ ਹੋਇਆ ਸੀ, ਪ੍ਰਗਟ ਹੋਇਆ ਸੀ। ਔਰ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਐਲਾਨ ਕੀਤਾ ਸੀ ਮੈਨੂੰ ਘੋੜੇ ਚਾਹੀਦੇ ਨੇ, ਮੈਨੂੰ ਸ਼ਸਤਰ ਚਾਹੀਦੇ ਨੇ, ਮੈਨੂੰ ਛੈਲ ਛਬੀਲੇ ਗੱਭਰੂ ਚਾਹੀਦੇ ਨੇ। ਉਹਨਾਂ ਸਿਰ ਲੱਥੇ ਸਰਦਾਰਾਂ ਦੀ ਲੋੜ ਹੈ ਜਿਹੜੇ ਇਸ ਦੇਸ਼ ਦੇ ਵਿੱਚੋਂ ਇਹਨਾਂ ਮੁਗਲਾਂ ਰੰਗੜਾਂ ਗੁੱਜਰਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ, ਇਹ ਜ਼ਾਲਮ ਜ਼ੁਲਮ ਕਰਨ ਵਾਲੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਾਸਤੇ ਜਿਹੜਾ ਸਾਡੇ ਨੂੰ ਆਪਾ ਭੇਟ ਕਰੇਗਾ ਉਹ ਰਹਿੰਦੀ ਦੁਨੀਆ ਤੱਕ ਅਮਰ ਹੋ ਜਾਏਗਾ। ਬੜੇ ਹੋਣਗੇ ਉਸ ਵੇਲੇ ਗੁਰਸਿੱਖ, ਪਰ ਅਮਰ ਕਿਹੜੇ ਹੋਏ ਆ? ਬ੍ਰਹਮ ਗਿਆਨੀ ਵੀ ਤੇ ਜਰਨੈਲ ਵੀ। ਧੰਨ 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 ਬਾਬਾ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ। ਗੁਰੂ ਦੇ ਸੀਨੇ ਉਹ ਬੜੇ ਆ ਜਿੱਥੇ ਬਾਣੀ ਪੜ੍ਹੀ, ਸੇਵਾ ਸਿਮਰਨ ਕੀਤਾ, ਉੱਥੇ ਜਦੋਂ ਲੋੜ ਪੈ ਗਈ ਨਾ, ਸਭ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਵੀ ਕਿਉਂ ਨਾ ਪੀਣਾ ਪੈ ਜਾਏ, ਰੱਬ ਦੇ ਪਿਆਰੇ ਨਹੀਂ ਡਰਦੇ। ਜੋ आशिक हैं शहादत के वो जीना छोड़ देते हैं, वो हंस के जिस्म अपने का खिलौना फोड़ देते हैं, ना हूरों की हसरत ना ताजो तख्त की, अगर खुदा खुदाई भी दे तो वापस मोड़ देते हैं। ऐसे गुरु के प्यारे संग जी बाबे जेठा जी वर्गे, बाबा पैड़ा जी, ਕਿਹਦਾ ਜ਼ਿਕਰ ਕਰੀਏ, ਭਾਈ ਗੋਪਾਲ ਮੋਹਨ, ਕਿਤੇ ਸੰਗਤ ਜੀ ਭਾਈ ਭਾਨੇ ਵਰਗੇ ਜਿਨ੍ਹਾਂ ਏਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਖੈਰ ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਦੇ ਵਿੱਚ ਸੋਚਦੇ ਆ ਵੀ ਇੱਕ ਚੜ੍ਹਦੀ ਕਲਾ ਦਾ ਪ੍ਰੋਗਰਾਮ ਅੱਜ ਜਦੋਂ ਬੋਲ ਕਹੇ ਵੀ ਉਹ ਦਿਨ ਉਲੀਕਿਆ ਜਾਵੇ। ਹੁਣ ਦਿਨ ਉਲੀਕਣ ਵਾਸਤੇ ਮਸੰਦਾਂ ਨੂੰ ਵੀ ਪਤਾ ਲੱਗ ਗਿਆ ਵੀ ਮਹਾਰਾਜ ਤੇ ਕਹਿੰਦੇ ਵੀ ਮੋਜ਼ਾ ਕਰਨਾ ਬੁਜ਼ਦਿਲ ਬੇਗੈਰ ਤੇ ਇੰਨੀ ਕਣਕ ਭਰ ਦੇਣੀ ਏ, ਮਾੜੇ ਤੋਂ ਮਾੜਾ ਬੰਦਾ ਵੀ ਉੱਠ ਕੇ ਇਸ ਤਰ੍ਹਾਂ ਜਿਵੇਂ ਕੱਪੜੇ ਲਾਈ ਦੇ ਨਾ, ਭਾਵੇਂ ਖੱਲ ਵੀ ਕਿਉਂ ਨਾ ਉਹਨੂੰ ਲਾਉਣੀ ਪੈ ਜਾਏ, ਉਹ ਬਾਬੇ ਜੈ ਸਿੰਘ ਵਾਂਗੂ ਖੱਲ ਲਵਾ ਦੇਗਾ, ਪਰ ਗੁਰੂ ਗੋਬਿੰਦ ਸਿੰਘ ਦਾ ਲਾਲ ਝੁਕੇਗਾ ਨਹੀਂ, ਰੁਕੇਗਾ ਨਹੀਂ ਤੇ ਗੱਜ ਗੱਜ ਕਹੇਗਾ ਮੈਂ ਗੁਰੂ ਕਾ ਸਿੰਘ। ਤੇ ਜਾਓ ਹਾਕਮਾ ਤੇਰਾ ਤਮਾਕੂ ਵਾਲਾ, ਆ ਤੇਰਾ ਕੁੱਲਾ ਮੈਂ ਨਹੀਂ ਚੁੱਕ ਕੇ ਤੁਰਦਾ। ਏਡੇ ਵੱਡੇ ਬਹਾਦਰ ਸੂਰਮੇ ਸੰਗਤ ਜੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਉਹਨਾਂ ਨੂੰ ਪ੍ਰਗਟ ਕਰਨਾ ਹੈ। ਮੇਰੇ ਸਾਹਿਬ ਨੇ ਜਦੋਂ ਕੀਤਾ ਐਲਾਨ, 1 ਵੈਸਾਖ 1756 ਬਿਕਰਮੀ 1699 ਤੇ 30 ਮਾਰਚ ਸੀ, 13 ਅਪ੍ਰੈਲ ਨਹੀਂ। ਇਹ ਤੇ ਬਾਅਦ ਦੇ ਵਿੱਚ ਅਸਾਈਆਂ ਦਾ ਸਾਲ ਉਹਨਾਂ ਛੋਟਾ ਕੀਤਾ ਤੇ ਉਸ ਹਿਸਾਬ ਨਾਲ ਇਹ ਵਿਸਾਖੀ ਅੱਗੇ ਆਉਣੀ ਸ਼ੁਰੂ ਹੋ ਗਈ। ਸੰਗਤ ਜੀ ਜੋ ਪ੍ਰਾਤਨ ਹੈ ਬਿਕਰਮੀ ਉਸ ਅਨੁਸਾਰ 1 ਵੈਸਾਖ ਇੱਕੋ ਵਾਰੀ ਆਉਂਦਾ। ਖੈਰ ਉਹ ਇੱਕ ਵੱਖਰਾ ਵਿਸ਼ਾ ਹੈ, ਮੈਂ ਉਹਨੂੰ ਨਾ ਦੁਹਰਾਵਾਂ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀਧਰ ਜੀ। ਲਓ ਸੰਗਤ ਜੀ ਹੁਣ ਮਸੰਦ ਆਏ, ਜਦੋਂ ਪਤਾ ਲੱਗਾ ਵੀ ਹੁਣ ਖੰਡੇ ਖੜਕਣਗੇ, ਜੋਧੇ ਗੱਜਣਗੇ ਤੇ ਛੇਵੇਂ ਮਹਾਰਾਜ ਵਾਲਾ ਹੀ ਹਾਲ ਹੋ ਜਾਣਾ। ਤੇ ਆ ਜਿਹੜੀਆਂ ਸ਼ਰਦਾਈਆਂ ਛਕਦੇ ਆ, ਬਦਾਮਾਂ ਨੂੰ ਰਗੜੇ ਲਾ ਲਾ ਕੇ 3-3 ਵੇਲੇ ਪੀ ਲਈ ਦੀ ਆ, ਇਹ ਕਿੱਥੋਂ ਲੱਭਣੀ? ਫਿਰ ਆ ਕੁਣਕਾ ਛਕਦੇ ਛਕਦੇ ਜਾਨ ਨਾ ਗਵਾਈਏ, ਰੋਕੀਏ ਮਹਾਰਾਜ ਨੂੰ। ਮਸੰਦਾਂ ਰੋਕਣ ਵਾਸਤੇ ਯਤਨ ਕੀਤੇ। ਮਹਾਰਾਜ ਤੁਹਾਡੇ ਜਿਹੜੇ ਰਾਗੀ ਨਾ ਜੀ ਹੁਣ ਮਹਾਰਾਜ ਬਾਹਲਾ ਹੀ ਉੱਚਾ ਗਾਉਣ ਲੱਗ ਗਏ। ਮਹਾਰਾਜ ਕਹਿੰਦੇ ਕੀ ਹੋਇਆ? ਆਂਦੇ ਜੀ ਆਵਾਜ਼ ਹੀ ਬੜੀ ਦੂਰ ਜਾਂਦੀ ਆ, ਸਰਕਾਰ ਨੇ ਤੇ ਪਾਬੰਦੀ ਲਾਈ ਆ ਵੀ ਕੋਈ ਸੰਗੀਤ ਨਹੀਂ ਕਰ ਸਕਦਾ, ਗਾ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ ਜਿੰਨੇ ਵੀ ਸਾਜ਼ ਨੇ ਤੰਤੀ ਸਾਜ਼ ਦਫਨਾ ਦਿਓ, ਸੰਗੀਤ ਤੇ ਪਾਬੰਦੀ ਹੈ। ਸਾਰੀਆਂ ਰਿਆਸਤਾਂ ਦੇ ਰਾਜੇ, ਉਹਨਾਂ ਦੇ ਗਵਈਏ ਉਹ ਇਕੱਠੇ ਹੋ ਗਏ ਸਾਰੇ ਆਨੰਦਪੁਰ ਸਾਹਿਬ। ਹੁਣ ਜਿਹੜੇ ਬੰਦੇ ਤੇ ਪਾਬੰਦੀ ਲੱਗੀ ਹੋਵੇ ਉਹਨੂੰ ਮਿਲ ਜਾ ਖੁੱਲ, ਉਹਦਾ ਫਿਰ ਗੱਜ ਗੱਜ ਕੇ ਗਾਉ ਨਾ, ਆਪਣਾ ਆਨੰਦ ਲਊ। ਰਾਗੀ ਬੜਾ ਅੱਛਾ ਗਾਉਂਦੇ, ਬੜਾ ਉੱਚਾ ਗਾਉਂਦੇ। ਔਰ ਮਹਾਰਾਜ ਦਾ ਹੁਕਮ ਵੀ ਸੀ ਵੀ ਵੀਰ ਰਸ ਵਾਲੀ ਬਾਣੀ ਪੜੋ, ਚੜ੍ਹਦੀ ਕਲਾ ਵਾਲੀ, ਤਾਂ ਕਿ ਇੰਨੇ ਕੁ ਤਿਆਰ ਕਰ ਦਿਓ ਮਰਨੇ ਤੋਂ ਨਾ ਕੋਈ ਡਰੇ। ਆਖਿਆ ਭਾਵੇਂ ਪਹਿਲਾਂ ਵੀ ਆ, ਪਹਿਲਾਂ ਮਾਰਨ ਕਬੂਲ ਜੀਵਨ ਕੀ ਛੱਡ ਆਸ। ਮਹਾਰਾਜ ਕਹਿੰਦੇ ਪਹਿਲਾਂ ਮਰਨਾ ਕਬੂਲ ਕਰ, ਸਾਰੀ ਆ ਛੱਡ ਦੇ ਜੀਣ ਦਾ ਲਾਲਚ। ਦਿਹਾੜੀ ਵਿੱਚ 100 ਵਾਰੀ ਮਰਦਾ ਜਿਹੜਾ ਜੀਣੇ ਦਾ ਲਾਲਚ ਕਰਦਾ, ਤੇ ਜਿਹੜਾ ਮਰਨੋਂ ਨਹੀਂ ਡਰਦਾ ਮਰ ਕੇ ਵੀ ਨਹੀਂ ਮਰਦਾ। ਲਓ ਮੇਰੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ, ਬੜੇ ਅਦਬ ਦੇ ਨਾਲ, ਬੜੇ ਪ੍ਰੇਮ ਦੇ ਨਾਲ ਆਪ ਜੀ ਦੀ ਖਿਦਮਤ ਦੇ ਵਿੱਚ ਲਓ ਵਾਰ ਕਹਿਣ ਲੱਗੇ ਆ। ਵਾਰ ਕਹਿੰਦੇ ਆ ਵੀਰ ਰਸ,
ਇਹਨੂੰ ਦੁੱਲੇ ਦੀ ਆਖਿਆ ਜਾਂਦਾ, ਕਿਉਂਕਿ ਢਾਡੀ ਬੰਦਸ਼ਾਹ ਉਹਨਾਂ ਦੇ ਨਾਮਾਂ ਉੱਤੇ ਪ੍ਰਚਲਿਤ ਕਰ ਦਿੱਤੀਆਂ। ਪੁਰਾਤਨ ਬਜ਼ੁਰਗਾਂ ਤੋਂ ਇਹ ਰਾਗ ਚੱਲਿਆ ਆਇਆ। ਛੇਵੇਂ ਮਹਾਰਾਜ ਨੇ ਕਿਰਪਾ ਕੀਤੀ, ਜਿਵੇਂ ਸਰਦਾਰ ਜੀ ਹੋਰਾਂ ਆਖਿਆ, ਸੰਗਤ ਜੀ ਸਰੰਗੀ ਵੱਜਦੀ ਸੀ ਕੋਠਿਆਂ ਤੇ, ਗਲਤ ਥਾਵਾਂ ਤੇ, ਗੁਰੂ ਦਰਬਾਰ 'ਚ। ਇਹ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਤਰਸ ਆ ਗਿਆ ਸੰਗਤ ਜੀ। ਔਰ ਉਹ ਬਾਬਾ ਨੱਥਾ ਤੇ ਬਾਬਾ ਅਬਦੁਲ ਜੀ ਜੇ 12 ਗਾਉਂਦੇ ਰਹੇ, ਅੱਜ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਉਹ ਮਾਣ ਦਿੱਤਾ, ਲਓ ਤੁਹਾਡੀ ਖਿਦਮਤ ਦੇ ਵਿੱਚ ਸਤਿਗੁਰੂ ਜੇ ਤੋਂ ਜੋ ਚਾਹਣ ਕਰਵਾ ਸਕਦੇ ਆ। ਸੱਚ। ਸਾਡੇ ਵਰਗੇ ਕਰੋੜਾਂ, ਪਰ ਉਹਦੀ ਇਹ ਕਿੱਡੀ ਵੱਡੀ ਕਿਰਪਾ ਸਾਹਿਬ ਦੀ ਤੇ ਆਪ ਸੰਗਤ ਦੀ ਅਦਬ ਪਿਆਰ ਦਿੰਦੇ ਹੋ, ਔਰ ਆਪ ਜੀ ਸਾਡੇ ਹਿਰਦੇ ਦੇ ਵਿੱਚ ਵਸਦੇ ਹੋ। ਲਓ ਗੁਰ ਸੰਗਤ ਜੀ, ਆਪ ਜੀ ਦੇ ਸਨਮੁਖ ਵੀਰ ਰਸ ਦੀ ਵਾਰ ਤੇ ਵੀਰ ਰਸ ਦੇ ਵਿੱਚ ਇਹਨੂੰ ਕਹਿਣਾ ਪਊ। ਹੁਣ ਇਹ ਥੋੜੀ ਵੀ ਬਾਣੀ ਤੇ ਹੋਵੇ ਵੀਰ ਰਸ ਦੀ ਤੇ ਰਾਗੀ ਸਿੰਘ ਗਣਾਂਦਾ ਰਾਗੀ ਉਹਦਾ ਕੀਰਤਨ ਕਰੇ, ਫੇਰ ਉਹ ਆਨੰਦ ਥੋੜੀ ਬਣੂ, ਵੀਰ ਰਸ ਥੋੜੀ ਬਣੇਗਾ। ਲਓ ਵੀਰ ਰਸ ਆਪ ਜੀ ਦੀ ਖਿਦਮਤ ਦੇ ਵਿੱਚ ਹੁਕਮ ਹੋ ਗਿਆ ਵੀ ਉਹ ਕਹਿਣਾ। ਮੇਰੇ ਸਤਿਗੁਰੂ ਕਲਗੀਧਰ ਜੀ ਨਾਲ ਮਸੰਦਾ ਨੇ ਜਦੋਂ ਕਿਹਾ ਵੀ ਭੋਰੇ ਵਿੱਚ ਬਹਿ ਕੇ ਫਿਰ ਕੀਰਤਨ ਕਰ ਲਓ, ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਜੀ ਖੜਕਾ ਵਢਾਉਂਦਾ ਸਾਜਾਂ ਦਾ। ਮਹਾਰਾਜ ਕਹਿੰਦੇ ਸੱਦੋ ਆਨੰਦ ਚੰਦ ਜੀ ਆ ਗਏ। ਕੌਣ ਨੇ? ਮਹਾਰਾਜ ਦੇ ਦੀਵਾਨ। ਮਹਾਰਾਜ ਕਹਿੰਦੇ ਭਾਈ ਸਾਹਿਬ ਆਪਾਂ ਕਿਸੇ ਦੇ ਅਧੀਨ ਆ, ਕਿਸੇ ਦੇ ਗੁਲਾਮ ਆ ਨਾ ਮਹਾਰਾਜ, ਤੁਹਾਡਾ ਸ੍ਰਿਸ਼ਟੀ ਉੱਤੇ ਰਾਜ। ਮਹਾਰਾਜ ਕਹਿੰਦੇ ਫਿਰ ਇੱਕ ਬਚਨ ਸੁਣੋ ਸਾਰੇ ਕੰਨ ਕਰਕੇ, ਅਸੀਂ ਤੁਸੀਂ ਤਮਾਮ ਆਜ਼ਾਦ ਪੰਛੀ, ਅਸੀਂ ਤੁਸੀਂ ਤਮਾਮ ਆਜ਼ਾਦ ਪੰਛੀ, ਅਸੀਂ ਤੁਸੀਂ ਤਮਾਮ ਆਜ਼ਾਦ ਪੰਛੀ, ਐਵੇਂ ਬਾਗ ਬਟੇਰੇ ਨਾ ਦੜੋ ਸਿੱਖੋ, ਐਵੇਂ ਬਾਗ ਬਟੇਰੇ ਨਾ ਦੜੋ ਸਿੱਖੋ, ਦੜੋ ਸਿੱਖੋ, ਹਾਂ ਦੜੋ ਸਿੱਖੋ, ਐਵੇਂ ਬਾਗ ਬਟੇਰੇ ਨਾ ਦੜੋ ਸਿੱਖੋ। ਖੜਕਾ ਸਾਜਾਂ ਦਾ ਬੜਾ ਹੀ ਘੱਟ ਹੁੰਦਾ, ਸਰਦਾ ਖੜਕਾ ਸਾਜਾਂ ਦਾ ਬੜਾ ਹੀ ਘੱਟ ਹੁੰਦਾ, ਖੜਕਾ ਸਾਜਾਂ ਦਾ ਬੜਾ ਹੀ ਘੱਟ ਹੁੰਦਾ। ਮਹਾਰਾਜ ਕਹਿੰਦੇ ਖੜਕਾ ਇਹਨਾਂ ਸਾਜ਼ਾਂ ਦਾ ਬੜਾ ਹੀ ਘੱਟ ਹੁੰਦਾ, ਨਗਾਰਾ ਵੱਡੇ ਆਕਾਰ ਦਾ ਬੜਾ ਸਿੱਖੋ, ਰਣਜੀਤ ਨਗਾਰਾ। ਸੰਗਤ ਜੀ ਮੜਨ ਵਾਸਤੇ ਸਤਿਗੁਰਾਂ ਦਾ ਹੁਕਮ ਹੋ ਗਿਆ। ਹੁਣ ਸਮਾਂ ਬਦਲਦਾ ਜਾਂਦਾ, ਕਿਤੇ ਪੰਡਤ ਵੀ ਆਏ। 1.25 ਲੱਖ ਰੁਪਈਆ ਹਵਨ ਵਾਸਤੇ ਮੰਗਿਆ। ਮਹਾਰਾਜ ਸ਼ਕਤੀ ਪ੍ਰਗਟ ਕਰ ਦਿਆਂਗੇ। ਸੰਗਤ ਜੀ ਇਤਿਹਾਸਕਾਰਾਂ ਨੇ ਲਿਖਿਆ ਭਈ ਜਦੋਂ ਆਹ ਗੱਲ ਆਖੀ ਨਾ ਤੇ ਮਹਾਰਾਜ ਦੇ ਮਨ ਵਿੱਚ ਆਇਆ ਕਿ ਕਿਤੇ ਮੇਰੇ ਸਿੱਖ ਵੀ ਕੱਲ ਨੂੰ ਆਹ ਕੁਝ ਨਾ ਕਰਵਾਉਂਦੇ ਰਹਿਣ, ਮੈਂ ਆਪਣੇ ਸਿੱਖਾਂ ਦੇ ਵਹਿਮ ਭਰਮ ਪਖੰਡ ਪਹਿਲਾਂ ਹੀ ਕੱਢ ਦਿਆਂ। ਮਹਾਰਾਜ ਨੇ ਪੰਡਤ ਜੀ ਨੂੰ ਆਖਿਆ ਕਿਵੇਂ ਹੋਵੇਗੀ ਜੀ ਸ਼ਕਤੀ ਪ੍ਰਗਟ? ਕਹਿੰਦੇ ਜੀ ਇਦਾਂ ਸਾਰੀ ਮਰਿਆਦਾ ਬਿਉਂਤ ਦੱਸੀ ਤੇ ਹੁਣ ਨੈਣਾ ਦੇਵੀ ਦਾ ਟਿੱਲਾ ਗੱਲ ਹੋ ਗਈ ਸ਼ੁਰੂ। ਜਦੋਂ ਥੋੜਾ ਸਮਾਂ ਲੰਘਿਆ ਸਤਿਗੁਰੂ ਕਲਗੀਧਰ ਜੀ ਗਏ, ਕਹਿੰਦੇ ਵੀ ਕਰੋ ਕੋਈ। ਪੰਡਤ ਜੀ ਕੇਸ਼ਵਦਾਸ ਜੀ ਸਮਾਂ ਬੜਾ ਹੋ ਗਿਆ। ਕਹਿੰਦੇ ਬਸ ਮਹਾਰਾਜ ਥੋੜਾ ਜਿਹਾ ਸਮਾਂ ਅਟਕੋ, ਅੱਜ ਹੀ ਤੁਸੀਂ ਸ਼ਿਕਾਰ ਖੇਡਦੇ ਹੀ ਆ ਗਏ। ਮਹਾਰਾਜ ਤੁਸੀਂ ਛਤਰੀ ਧਰਮ ਨਿਭਾਉਂਦੇ ਆ ਗਏ। ਉਹ ਮਹਾਰਾਜ ਥੋੜਾ ਜਿਹਾ ਵਿਘਨ ਪੈ ਗਿਆ, ਥੋੜਾ ਜਿਹਾ ਸਮਾਂ ਅਟਕੋ। ਖੈਰ ਸੰਗਤ ਜੀ ਸਮਾਂ ਲੰਘ ਗਿਆ। ਅੱਜ ਮਹਾਰਾਜ ਜੀ ਆ ਗਿਆ ਤੇ ਮਨ ਬਣਾ ਕੇ ਆਇਆ ਵੀ ਗੱਲ ਇੱਕ ਪਾਸੇ ਹੀ ਕਰਕੇ ਆਉਣੀ ਆ, ਦੋਵਾਂ ਪਾਸਿਆਂ ਜੋਗੀ ਨਹੀਂ ਛੱਡਣੀ। ਹੁਣ ਮਹਾਰਾਜ ਜੀ ਖਲੋਤੇ ਆ ਤੇ ਪੰਡਤ ਜੀ ਨੇ ਵੇਖਿਆ ਹੁਣ ਗੱਲ ਤੇ ਕੋਈ ਕਰਨੀ ਪੈਣੀ ਨਾ। ਮਹਾਰਾਜ ਕਹਿੰਦੇ ਹਾਂਜੀ ਕੇਸ਼ਵਦਾਸ ਜੀ ਸ਼ਕਤੀ ਪ੍ਰਗਟ ਕਿਉਂ ਨਹੀਂ ਹੁੰਦੀ? ਕਹਿੰਦੇ ਮਹਾਰਾਜ ਕੰਮ ਤੇ ਵਿਘਨ ਜਿਹਾ ਕੋਈ ਪੈ ਗਿਆ, ਪਤਾ ਸਾਨੂੰ ਵੀ ਨਹੀਂ ਲੱਗਦਾ, ਪਰ ਹਾਂ ਮਹਾਰਾਜ ਇੱਕ ਗੱਲ ਪੱਕੀ ਆ, ਜੇ ਮਹਾਰਾਜ ਕਹਿੰਦੇ ਜੇ ਜੀ ਤੁਹਾਡਾ ਕੋਈ ਪਿਆਰਾ ਬਲੀ ਦੇਵੇ ਨਾ, ਉੱਚੀ ਕੁੱਲ ਦਾ ਸੋਹਣਾ ਸੁਨੱਖਾ ਵਿਦਵਾਨ ਪੁਰਸ਼ ਤੇ ਤੁਹਾਡਾ ਪਿਆਰਾ, ਜਿਹਦਾ ਤੁਹਾਡੇ ਨਾਲ ਪਿਆਰ ਹੋਵੇ ਤੇ ਮਹਾਰਾਜ ਫੇਰ ਅੱਜ ਹੀ ਸ਼ਕਤੀ ਪ੍ਰਗਟ ਲਾਓ। ਮਹਾਰਾਜ ਕਹਿੰਦੇ ਅੱਛਾ ਸਾਡਾ ਪਿਆਰਾ ਚਾਹੀਦਾ? ਇਤਿਹਾਸਕਾਰਾਂ ਲਿਖਿਆ ਬਾਬਾ ਅਜੀਤ ਸਿੰਘ ਸਾਹਿਬ ਵੱਲ ਉਂਗਲ ਕਰਨ ਨੂੰ ਤਿਆਰ ਸੀ ਵੀ ਉਹਨਾਂ ਦੀ ਬਲੀ ਦੇਣੀ ਪੈਣੀ ਆ, ਵੱਡੇ ਸਪੁੱਤਰ ਦੀ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਹੁਣ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜਲਾਲ ਵਿੱਚ ਆ ਗਏ। ਸੰਗਤ ਜੀ ਪ੍ਰੇਮ ਦੇ ਵਿੱਚੋਂ ਜਲਾਲ ਦੇ ਵਿੱਚ ਆਏ। ਕਹਿੰਦੇ ਪੰਡਤ ਜੀ ਤੁਸੀਂ ਕੀ ਸਮਝਦੇ ਹੋ ਅਸੀਂ ਐਵੇਂ ਤੁਰੇ ਫਿਰਦੇ ਆ? ਪੰਡਤ ਜੀ ਤੁਹਾਡੇ ਨਾਲ ਸਾਡਾ ਪ੍ਰੇਮ ਹੀ ਬੜਾ, ਤੇ ਬਲੀ ਵੀ ਆਪਾਂ ਤੁਹਾਡੀ ਹੀ ਦੇਣੀ ਆ। ਸਾਡਾ ਪਿਆਰਾ ਚਾਹੀਦਾ ਨਾ, ਤੇ ਸਾਡੇ ਪਿਆਰੇ ਤੁਸੀਂ, ਸਚਿਆਰੇ ਤੁਸੀਂ, ਵਿਦਵਾਨ ਤੁਸੀਂ ਹੋ। ਪੰਡਤ ਜੀ ਘਬਰਾ ਗਏ। ਕਹਿੰਦੇ ਮਹਾਰਾਜ ਜੀ ਮੇਰੀ ਬਲੀ ਫੇ ਮੰਤਰ ਕੌਣ ਪੜੂ? ਤੇ ਪੰਡਤ ਦਾ ਚੇਲਾ ਸੀ, ਕਹਿੰਦਾ ਉਸਤਾਦ ਜੀ ਮੈਂ ਪੜ ਦੂੰ। ਆਂਦੇ ਕੋਈ ਨਹੀਂ ਪੁੱਤ, ਮੈਨੂੰ ਪਤਾ ਸੀ ਵੀ ਜਦੋਂ ਮਰਾਇਆ ਮੇਰੇ ਚੇਲਿਆਂ ਨਹੀਂ ਮਰਵਾਉਣਾ, ਚੇਲੇ ਹੀ ਮਰਵਾਉਂਦੇ ਆ। ਅੱਜ ਤੇ ਵੈਸੇ ਕੋਈ ਚੇਲਾ ਬਣਨ ਨੂੰ ਤਿਆਰ ਹੀ ਨਹੀਂ, ਗੁਰੂ ਹੀ ਜੰਮਦੇ ਆ। ਖੈਰ ਮੇਰਾ ਸਤਿਗੁਰੂ ਕਰੇ ਕਿਰਪਾ। ਹੁਣ ਜਦੋਂ ਆਖਿਆ ਨਾ ਤੇ ਮਹਾਰਾਜ ਕਹਿੰਦੇ ਹੋਵੋ ਤਿਆਰ।
ਇਹ ਭੱਜ ਗਏ ਉੱਥੋਂ ਸੰਗਤ ਜੀ। ਇਤਿਹਾਸ ਏ ਰੜਦੇ ਗਿੜਦੇ ਘਿੜਦੇ ਫਿਰਦੇ ਪਤਾ ਨਹੀਂ ਕਿੱਥੋਂ ਨੈਣਾ ਦੇਵੀ ਦੇ ਟਿੱਲੇ ਹੋ ਗਏ ਇਹ ਹਰਨ। ਹੁਣ ਸਤਿਗੁਰੂ ਜੀ ਨੇ ਜੋ ਬਲਦੀ ਅੱਗ ਹੈ ਉਹਦੇ ਵਿੱਚ ਜੋ ਸਟਾਈ ਸਾਰੀ ਸਮਗਰੀ 7 ਮੀਲ ਉੱਚੀ ਪਹਾੜੀ ਨੈਣਾ ਦੇਵੀ ਦੀ, ਉਹਦੇ ਉੱਤੇ ਉੱਚੀਆਂ ਉੱਚੀਆਂ ਲਾਟਾਂ ਅਸਮਾਨ ਤੱਕ ਜਾਂਦੀਆਂ। ਜਦੋਂ ਲੋਕਾਂ ਵੇਖਿਆ ਐਵੇਂ ਰੌਲਾ ਪਾਤਾ, ਐਵੇਂ ਹੀ ਆਓ ਜੀ ਦੇਵੀ ਪ੍ਰਗਟ ਹੋ ਗਈ। ਉਹ ਵੇਖੋ ਦੇਵੀ ਪ੍ਰਗਟ ਹੋ ਗਈ। ਤੇ ਉੱਥੇ ਫਿਰ ਕੀ ਹੋਇਆ, ਮੇਰੇ ਕਲਗੀਆਂ ਵਾਲੇ ਨੇ ਸਰ ਕਰਦੀ ਤੇਗ ਖਿੱਚੀ, ਕਹਿੰਦੇ ਦੇਵੀ ਵੇਖਣੀ ਜੇ। ਉਹ ਗੁਰਸਿੱਖੋ ਆ ਦੇਵੀ ਹੈ ਮੇਰੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹੀ ਚੰਡ ਕਾ ਦੰਡ ਕਾ ਦੁਸ਼ਟ ਦਮਨੀ, ਵਿੱਚ ਰੰਗ ਦੇ ਦੇਵੀ ਆ ਨਾਰ ਸਾਡੀ, ਤੇ ਵਿੱਚ ਜੰਗ ਦੇ ਦੇਵੀ ਤਲਵਾਰ ਸਾਡੀ। ਹੋਰ ਦੇਵੀਆਂ ਲਾ ਕੇ ਸੰਧੂਰ ਬੈਠਣ ਰੱਤ ਨਾਲ ਸਰੀਰ ਇਹ ਰੰਗ ਦੀ ਏ, ਚੜ ਕੇ ਸਿਰਾਂ ਤੇ ਖੇਡਦੀ ਮਾਨਮਤੀ ਧਾਰਾ ਜਾਪੇ ਨਿਰਮਲ ਗੰਗ ਦੀ ਏ। ਸੰਗਤ ਜੀ ਕਲਗੀਧਰ ਜੀ ਗਰਜ ਕੇ ਕਹਿੰਦੇ ਸਿੱਖੋ ਆ ਦੇਵੀ ਤਲਵਾਰ ਮੇਰੀ ਤੇ ਸਿਰ ਕਿਸੇ ਸਿਰ ਲੱਥ ਦਾ ਮੰਗਦੀ ਏ। ਲੈ ਮੁੱਕਦੀ ਗੱਲ, ਇੱਕ ਵਿਸਾਖ ਵਾਲਾ ਦਿਨ ਅੰਮ੍ਰਿਤ ਵੇਲਾ ਜਦੋਂ ਹੋਇਆ ਨਾ, ਰਾਗੀ ਸਿੰਘ ਕੀਰਤਨ ਕਰਦੇ ਆ ਮੱਧੂ ਤੇ ਸੱਧੂ ਜੀ, ਸਤਿਗੁਰੂ ਜੀ ਪਿੱਛੇ ਸਜੇ ਹੋਏ ਆ। ਹੁਣ ਆਸਾ ਦੀ ਵਾਰ ਪੜਦੇ ਪੜਦੇ ਜਦੋਂ ਨਾ ਪੜੀ ਆਖਰੀ ਪੌੜੀ, ਉਹਨਾਂ ਪੜਿਆ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਨਹੀਂ ਜਾਏ ਸੋ ਕਰੇ ਜਤ ਸਿਰ ਜਾਏ ਸਦ। ਉਧਰ ਪਿਆਸਾ ਦੀ ਵਾਰ ਦਾ ਭੋਗ, ਇਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਰਜ ਕੇ ਸਟੇਜ ਤੇ ਖਲੋ ਕੇ ਇੱਕ ਦੁਆ ਪੜ ਰਹੇ ਬਾਣੀ ਪੜ ਰਹੇ, ਜਾਓ ਤਾਂ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆ। ਇਹ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇੱਕ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਗੁਰਸਿੱਖਾਂ ਦੇ ਵੱਲ ਵੇਖ ਕੇ, ਸੰਗਤ ਦੇ ਵੱਲ ਵੇਖ ਕੇ, ਵੀਰ ਰਸ ਭਰ ਕੇ ਨੇਤਰਾਂ ਵਿੱਚ ਗਰਜ ਕੇ ਲਲਕਾਰ ਕੇ 80,000 ਦੇ ਇਕੱਠ ਨੂੰ ਬੰਗਾਰ ਕੇ ਇੱਕ ਸਿਰ ਮੰਗਦੇ ਭਰਵਲਾ। ਪਰਖੇ ਉਹ ਪਰਖੇ ਆਪਣੀ ਧੌਣ ਤੇ
ਜਦੋਂ ਸੀਸ ਮੰਗਿਆ ਨਾ ਜੀ ਆਹ ਪਹਿਲੀ ਵਾਰੀ ਦੂਜੀ ਤੀਜੀ ਵਾਰੀ ਉੱਠੇ ਬਾਬਾ ਦਇਆ ਰਾਮ ਜੀ, ਨੇਤਰ ਝੁਕੇ ਹੋਏ, ਹੱਥ ਜੁੜੇ ਹੋਏ। ਸਤਿਗੁਰੂ ਕਹਿੰਦੇ ਇਧਰ ਆ, ਮੂੰਹ ਤਾਂ ਉਠਾ, ਕੌਣ ਏ, ਕਿੱਥੋਂ ਆਇਆ ਏ? ਜੀ ਮੈਂ ਦਇਆ ਰਾਮ ਜੀ, ਮੈਂ ਲਾਹੌਰੋਂ ਆਇਆ। ਮਾੜਾ ਕਹਿੰਦੇ ਅੱਛਾ ਲਾਹੌਰ ਤੇ ਦਇਆ, ਜਿੱਥੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਖੈਰ ਇਧਰ ਆ, ਸਾਨੂੰ ਲੋੜ ਏ ਮਰਦਾਂ ਦੀ। ਜੇ ਤੇਰਾ ਸਿਰ ਕੱਟਣ ਤੋਂ ਪਹਿਲਾਂ, ਕਲਮ ਕਰਨ ਤੋਂ ਪਹਿਲਾਂ ਤੈਨੂੰ ਯੁੱਧ ਲੜਾਈਏ, ਲੜੇਗਾ? ਸੰਗਤ ਜੀ ਸੁਣਿਓ, ਭਾਈ ਸਾਹਿਬ ਕਹਿੰਦੇ ਮਹਾਰਾਜ ਮੈਂ ਅੱਜ ਤੈਨੂੰ ਲੜ ਕੇ ਨਹੀਂ ਵੇਖਿਆ। ਮਹਾਰਾਜ ਕਹਿੰਦੇ ਸੱਚ ਜੀ? ਮਹਾਰਾਜ ਬਾਪੂ ਜੀ ਹੋਰੀ ਰੇੜੀਆਂ ਪਤਾਸੇ ਹੋਰ ਇਸ ਤਰ੍ਹਾਂ ਸਮਾਨ ਵੇਚਦੇ ਹੁੰਦੇ ਸੀ, ਤੇ ਮਹਾਰਾਜ ਦਾਸ ਵੀ ਕਈ ਵਾਰੀ ਉਹ ਤੱਕੜੀ ਤੋਲ ਦਿੰਦਾ ਹੁੰਦਾ ਸੀ। ਮਹਾਰਾਜ ਤੱਕੜੀ ਤਲਵਾ ਲਓ, ਪਰ ਤੇਗਾਂ ਨਹੀਂ ਬਾਈਆਂ ਜਾਣੀਆਂ। ਕੀ ਆਖਿਆ? ਕਹਿੰਦੇ ਮਹਾਰਾਜ काम हमारा तोलू तकड़ी, नंगी कर्द कभी नहीं पकड़ी, चिड़ी उड़े तो डर से मर जाऊं, दुश्मन से कैसे लड़ पाऊं। ते महाराज कहंदे आ फिर ये काम गुरु नानक दी कृपा नाल तेरे कोलों करवावांगे, जेड़ी डरदा ना ते कोलों। बोले गज दशमेश जी दया रामा, ऊंच नीच दा भेद मिटा देंगे। ओ जेड़ी तेग तो थर थर कंबदा तेनू उसे ही तेग दे उत्ते नचना सिखा देंगे। उस तेग दे उत्ते नचा देंगे। ਇਹ ਗੁਰੂ ਕਲਗੀਧਰ ਜੀ ਨੇ ਜੋ ਕਿਹਾ ਉਹ ਕਰਕੇ ਵਿਖਾਇਆ। ਗੁਰੂ ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਵਰਗਾ ਨਾ ਕੋਈ ਸੀ, ਨਾ ਕੋਈ ਹੈ ਤੇ ਨਾ ਕੋਈ ਹੋਵੇਗਾ, ਉਹ ਉਹੀ ਨੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ। ਸੰਗਤ ਜੀ ਬਾਬਾ ਦਇਆ ਰਾਮ ਜੀ ਦਾ ਸੀਸ ਲਿਆ। ਉਹਨਾਂ ਬੇਨਤੀ ਕਰਕੇ ਸੰਗਤ ਜੀ ਅਮਰ ਦੀ ਪ੍ਰਾਪਤੀ ਐਵੇਂ ਨਹੀਂ ਹੋ ਜਾਂਦੀ, ਪਰ ਅਫਸੋਸ ਨਹੀਂ, ਅੱਜ ਸਾਨੂੰ ਕਹਿਣਾ ਪੈ ਰਿਹਾ, ਸਿੱਖਾਂ ਦੇ ਘਰ ਜੰਮਣ ਵਾਲਿਆਂ ਨੂੰ ਕਹਿਣਾ ਪੈ ਰਿਹਾ ਵੀ ਅੰਮ੍ਰਿਤ ਛਕੋ। ਸੰਗਤ ਜੀ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਸਾਡਾ, ਕਿਉਂਕਿ ਸਮਾਂ ਹੋ ਗਿਆ। ਮੈਂ ਅੱਗੇ ਨਾ ਜਾਵਾਂ। ਮਹਾਨ ਵਿਦਵਾਨ ਗੁਣੀ ਜਨ ਸਾਡੇ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਹਾਲ ਕਰਨਾ, ਇੱਥੇ ਤੇ ਕੱਲਾ ਕੱਲਾ ਸਿੱਖ, ਤੁਸੀਂ ਸਾਡੇ ਤੋਂ ਵੱਧ ਵਿਦਵਾਨ ਹੋ। ਪਰ ਇੱਕ ਗੱਲ ਕਹਿ ਦਿਆਂ, ਜਦੋਂ 2 ਸਿੱਖ ਅੰਦਰ ਗਏ ਨਾ ਤੇ ਬਾਹਰ ਘੁਸਰ ਮੁਸਰ ਬੜੀ ਹੋਈ ਤੇ ਭੱਜੀਏ। ਓਏ ਆਪਾਂ ਤੇ ਆਏ ਸੀ ਕੁਣਕਾ ਛਕ ਕੇ ਸਿਹਤ ਬਣਾਉਣ, ਇੱਥੇ ਤੇ ਜਿਹੜੀ ਪਹਿਲਾਂ ਵੀ ਬਣੀ ਬਣਾਈ ਲੱਗਦਾ ਉਹ ਵੀ ਨਹੀਂ ਰਹਿਣੀ। ਓਏ ਭੱਜ ਚਲੀਏ। ਉਹ ਆਂਦਾ ਭੱਜਣ ਨੂੰ ਮਨ ਤੇ ਮੇਰਾ ਵੀ ਕਰਦਾ, ਪਰ ਕੀ ਪਤਾ ਮਰ ਜੇ ਇੱਕਦਮ ਆ ਗਏ ਤੇ ਭੱਜਣ ਨਾ ਦਿੱਤਾ ਫਿਰ ਕੀ ਹੋਵੇਗਾ। ਆਂਦੇ ਆ ਕੋਸ਼ਿਸ਼ ਤੇ ਕਰੀਏ। ਸੰਗਤ ਜੀ ਕੈਸਾ ਦ੍ਰਿਸ਼ ਹੈ, ਉਧਰ ਤਲਵਾਰ ਚੱਲ ਰਹੀ ਏ ਤੇ ਇੱਧਰ ਭੱਜਣ ਵਾਸਤੇ ਇਹ ਤਿਆਰੀ ਕਰ ਰਹੇ ਆ। ਸਾਰੇ ਨਹੀਂ ਭੱਜਣ ਵਾਲੇ। ਤੇ ਉਹ ਜਦੋਂ ਤਿਆਰੀ ਕਰਨ ਲੱਗੇ ਨਾ, ਕਹਿੰਦਾ ਜੇ ਆਪਾਂ ਵੱਜਦਾ ਵੇ ਇੱਥੋਂ ਭੱਜ ਵੀ ਚੱਲੇ। ਲਓ ਸੁਣੋ, ਜੇ ਇੱਥੋਂ ਭੱਜ ਵੀ ਗਏ ਤੇ ਅੱਗਿਓਂ ਕੋਈ ਘੇਰ ਕੇ ਨਾ ਆਪਾਂ ਨੂੰ ਲੈ ਆਂਦਾ, ਤੇਰੇ ਮਨ ਵਿੱਚ ਡਰ ਬਹਿ ਗਿਆ। ਓਏ ਅੱਗੇ ਤੇ ਸਤਿਗੁਰੂ ਆਪਾਂ ਬੈਠੇ ਆ ਮੋਹਰੇ, ਅੱਗੇ ਤੇ ਆਉਂਦੇ ਆ, ਆਵਾਜ਼ ਦੇ ਕੇ ਕਹਿੰਦੇ ਇੱਕ ਆਓ। ਤੇ ਕੀ ਪਤਾ ਹੁੰਦਾ ਇੱਕ ਪਾਸਿਓਂ ਜੋ ਉਤਰ ਕੇ ਇੱਕ ਪਾਸਿਓਂ ਹੀ ਨਾ ਧਰ ਲੈਣ, ਇੱਕ ਪਾਸਿਓਂ ਨਾ ਸ਼ੁਰੂ ਹੋ ਜਾਣ। ਹੁਣ ਵੇਖੋ ਡਰਦੇ ਸੀ ਨਾ ਮਨ ਵਿੱਚ, ਉਹ ਡਰਦੇ ਆ, ਗੱਲਾਂ ਕਰਦੇ ਆ। ਤੇ ਇੱਥੇ 5 ਗੁਰੂ ਕੇ ਪਿਆਰੇ ਫਿਰ ਸਤਿਗੁਰਾਂ ਦੇ ਸਨਮੁਖ ਆ ਕੇ ਸੀਸ ਮਹਾਰਾਜ ਨੂੰ ਭੇਟ ਕਰਦੇ। ਕਹਿੰਦੇ ਅਸੀਂ ਤੁਸੀਂ ਵੀ ਸਾਰੇ ਆ। ਮੱਥਾ ਟੇਕਣ ਦਾ ਮਤਲਬ ਇਹ ਹੀ ਆ ਵੀ ਮਹਾਰਾਜ ਆਪਣੀ ਬੁੱਧ ਦੇ ਤੇ ਆਪਣੇ ਬਣਾ ਲਾ, ਆ ਸਿਰ ਤੇਰਾ ਹੀ ਆ, ਇਹ ਸੀਸ ਅਮਾਨਤ ਸਤਿਗੁਰ ਦੀ। ਸੰਗਤ ਜੀ ਮੇਰਾ ਸਾਹਿਬ ਸੱਚਾ ਪਾਤਸ਼ਾਹ ਕਿਰਪਾ ਕਰੇ, ਰਹਿਮਤ ਕਰੇ, ਕਲਗੀਆਂ ਵਾਲੇ ਦੇ ਬਣ ਜਾਈਏ। ਲਓ ਤੱਕਿਓ ਜਰਾ, ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਲੱਗਾ ਕਰਨ। ਉਹਨਾਂ 5 ਨੂੰ ਅੰਮ੍ਰਿਤ ਬਖਸ਼ਿਆ, 5 ਨੂੰ ਸੀਸ ਲੈ ਕੇ ਬਾਬਾ ਦਇਆ ਰਾਮ ਦਇਆ ਸਿੰਘ ਸਾਹਿਬ ਬਣਾ ਦਿੱਤੇ, ਪਿਆਰੇ ਬਣਾ ਦਿੱਤੇ। ਬਾਬਾ ਧਰਮ ਸਿੰਘ ਜੀ, ਬਾਬਾ ਹਿੰਮਤ ਸਿੰਘ ਜੀ, ਬਾਬਾ ਮੋਹਕਮ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ। ਫਿਰ 5 ਹੋਰ ਉੱਠੇ, ਉਹਨਾਂ ਨੂੰ 5 ਵੀਰ, 5 ਵੀਰਾਂ ਦਾ ਰੁਤਬਾ ਦਿੱਤਾ। ਸਾਡਾ ਇਤਿਹਾਸ ਅਸੀਂ ਵਿਸਰਦੇ ਜਾਂਦੇ ਆ। ਸੰਗਤ ਜੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਯੋਧੇ 20,000 ਉਸ ਦਿਨ ਅੰਮ੍ਰਿਤ ਛਕਦੇ ਆ। ਤੇ ਉਸ ਧਰਤੀ ਦੇ ਉੱਤੇ ਫਿਰ ਕਲਗੀਆਂ ਵਾਲਾ ਅਵਗੜ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਖੜਦਾ ਆਪਣੀ ਉਮਤ ਅੱਗੇ, ਆਪਣੇ ਸਿੱਖਾਂ ਅੱਗੇ। ਉਹ ਜੀ ਮੋਹੇ ਬੇਨਤੀ ਪੰਚ ਨੇ ਆਗੇ, ਹਮ ਸੇਵਕ ਤੁਮ ਸਤਗੁਰ ਲਾਗੇ। ਜਿਮ ਤੁਮ ਸਿਆਰ ਤੇ ਸਿੰਘ ਭਏ ਹੋ, ਅੰਮ੍ਰਿਤ ਛਕ ਅਮਰ ਹੋਏ ਗਏ ਹੋ। ਤਿਮ ਮਮ ਗਰੀਬ ਪਰ ਕਿਰਪਾ ਕੀਜੈ, ਖੈਰ ਪਹੁਲ ਕੀ ਦਾਸ ਕੋ ਦੀਜੈ। ਗੋਬਿੰਦ ਰਾਏ ਤੇ ਸਿੰਘ ਸਜਾਓ, ਮੈਨੂੰ ਵੀ ਸਰਦਾਰ ਬਣਾਓ, ਸਰਦਾਰੋ ਕਰੋ ਕਿਰਪਾ। ਸੰਗਤ ਜੀ ਕਲਗੀਆਂ ਵਾਲਾ ਬੇਅਮਰਤੀਆ ਨਹੀਂ ਸੀ, ਸਾਹਿਬ ਜੀ ਦਾ ਅੰਮ੍ਰਿਤ ਛਕਿਆ ਸੀ, ਪਰ ਉਹਨਾਂ ਇਹ ਨਾ ਕਿਤੇ ਸਿੱਖਾਂ ਦੇ ਮਨ ਵਿੱਚ ਆਵੇ, ਸਤਿਗੁਰਾਂ ਦੇ ਜੀਵਨ ਕਾਲ 'ਚ ਉਹਨਾਂ ਇਹ ਨਹੀਂ ਨਿਭਾਇਆ। ਕਾਉਲ ਖੈਰ ਸੰਗਤ ਜੀ ਮੇਰੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਛਕ ਕੇ ਕੀ ਅਖਵਾਏ, ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ
ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਉਹ ਗੁਰੂ ਵੀ ਨੇ ਤੇ ਚੇਲੇ ਵੀ ਨੇ ਮਹਾਬਲੀ ਤਪਸਵੀ ਵੀਰ ਯੋਧਾ ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ ਮਾਤਾ ਗੁਜਰੀ ਜੀ ਦੇ ਦੁੱਧ ਦੀ ਮਹਾਸ਼ਕਤੀ ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ ਕਲਗੀਆਂ ਵਾਲੇ ਪਾਤਸ਼ਾਹ ਕਿਹੜੇ ਤੇਰੇ ਚੋਜ ਬਿਆਨ ਕਰੀਏ ਦਾਤਿਆ ਵਾਹਿਗੁਰੂ ਇੱਕ ਜਨਮ ਕੀ ਜਿੰਨੇ ਜਨਮ ਮਿਲਣ ਤੇਰਾ ਜਸ ਗਾਉਣ ਵਾਸਤੇ ਜਸ ਗਾਉਂਦੇ ਰਹੀਏ ਤੇ ਆਪ ਜੀ ਸੁਣਦੇ ਰਹੋ ਬਖਸ਼ ਲੈਣਾ ਭੁੱਲਾਂ ਨਾ ਚਤਾਰਨੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਵੱਲੋਂ ਬਾਬਾ ਬਲਵੀਰ ਸਿੰਘ ਸਾਹਿਬ ਵੱਲੋਂ ਬਾਬਾ ਅਵਤਾਰ ਸਿੰਘ ਜੀ ਸਾਰੀਆਂ ਫੌਜਾਂ ਨਿਹੰਗ ਸਿੰਘ ਤੇ ਉੱਥੇ ਜਿੰਨੇ ਵੀ ਪਿਰ ਸੇਵਾਦਾਰ ਸੀ ਲਓ ਉਹਨਾਂ ਵੱਲੋਂ ਵੀ ਤੁਹਾਨੂੰ ਫਤਿਹ ਗਜਾਉਣ ਲੱਗੇ ਆ ਹੁਣ ਸਮਾਪਤੀ ਉੱਤੇ ਉਹਨਾਂ ਦੀ ਫਤਿਹ ਆਪ ਜੀ ਨੇ ਪ੍ਰਵਾਨ ਕਰਨੀ ਬਹੁਤ ਬਹੁਤ ਧੰਨਵਾਦ ਪਾਉਲ ਸਿੰਘ ਜੀ ਬੜੇ ਹੀ ਪਿਆਰੇ ਗੁਰੂ ਕੇ ਗੁਰਸਿੱਖ ਸੰਗਤ ਜੀ ਐਵੇਂ ਨਹੀਂ ਸਚਾਈ ਜੇ ਕਿੰਨੀ ਵਾਰੀ ਫੋਨ ਕਰਨਾ ਏਡੇ ਪਿਆਰ ਵਿੱਚ ਤੇ ਜੇ ਕਿਤੇ ਬਲਡੋਜ਼ਰ ਸਤਿਗੁਰੂ ਦੇ ਘਰ ਵੱਲ ਆ ਜਾਣਾ ਤੇ ਉਹਨਾਂ ਦੇ ਅੱਗੇ ਹਿੱਕ ਤਾਣ ਕੇ ਖੜ ਜਾਣਾ ਮੋਹਰੇ ਉਹਨਾਂ ਨੂੰ ਝੁਕਾ ਦੇਣਾ ਝੁਕਣਾ ਨਹੀਂ ਇਹ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਔਰ ਅਮਰਜੀਤ ਸਿੰਘ ਜੀ ਉਹਨਾਂ ਉੱਤੇ ਵੀ ਬਹੁਤ ਕਿਰਪਾ ਸਾਰੇ ਹੀ ਪਿਆਰ ਵਾਲੇ ਹੋ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਸਾਰੇ ਵੀਰਾਂ ਦਾ ਜੀ ਕੇ ਸਾਹਿਬ ਰਾਣਾ ਜੀ ਔਰ ਇਦਾਂ ਗੁਰਮੁਖ ਪਿਆਰੇ ਸਾਡੇ ਸਾਰੇ ਸਤਿਕਾਰਤ ਹਸਤੀਆਂ MH ਬਨਸ਼ਰਦਾ ਅਕਾਲ ਚੈਨਲਸ UK ਬਹੁਤ ਹੀ ਪਿਆਰ ਵਾਲੇ ਭਾਈ ਅਮਰੀਕ ਸਿੰਘ ਜੀ ਇਦਾਂ ਬਾਣੀ.net ਤੇ ਅਤੇ ਫਤਿਹ TV ਬਹੁਤ ਚੜ੍ਹਦੀ ਕਲਾ ਦਾ ਇਹ ਪ੍ਰਚਾਰ ਕਰ ਰਿਹਾ ਫਤਿਹ TV ਚੜ੍ਹਦੀ ਕਲਾ ਜਿਤਨੇ ਵੀ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਕਾਲ ਚੈਨਲ ਬਹੁਤ ਹੀ ਗੁਰੂ ਕੀਆਂ ਮਿਹਰਾਂ ਨੇ ਮਹਾਰਾਜ ਚੜ੍ਹਦੀ ਕਲਾ ਕਰੇ ਮੇਰਾ ਭਰੇ ਹੱਥ ਸਿਰ ਤੇ ਧਰੇ ਲਓ ਸਤਿਗੁਰੂ ਜੀ ਦਾ ਪ੍ਰਗਟ ਦਿਹਾੜਾ ਇੱਕ ਗਰਜ ਕੇ ਜਕਾਰਾ ਛੱਡੀਏ ਜੀ ਉਹ ਸ਼ਹਾਦਤ ਜਿਹੜਾ ਗੁਰੂ ਕੇ ਪਿਆਰਿਓ ਜਕਾਰਾ ਗੁਰੂ ਕੀਆਂ ਲਾਡਲੀਆਂ ਫੌਜਾਂ ਨਹੀਂ ਮੇਰੇ ਪੰਥ ਪਾਤਸ਼ਾਹ ਕਲਗੀਧਰ ਜੀ ਔਰ ਗੁਰੂ ਕੇ ਯੋਧੇ ਉਹਨਾਂ ਦੇ ਸੁਪੁੱਤਰ ਗਜਾਉਂਦੇ ਰਹੇ ਗੱਜ ਕੇ ਖੁਸ਼ੀਆਂ ਦਾ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹਦੇ ਪਾਵਨ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਗੁਰਵਰਿ ਅਕਾਲ ਚਿੱਟੀਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਦ ਬਣੇ ਦੀ ਲਾਜ ਜਿੱਤੋ ਗੁਪਤ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਬਾਕੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰੱਖਿਓ ਧਿਆਨ ਵਰਦਿਆ ਸੋਢੀ ਸੱਚੇ ਪਾਤਸ਼ਾਹ ਜੀ ਖਾਲਸਾ ਜਪੇ ਅਕਾਲ ਹੀ ਅਕਾਲ ਬੋਲੇ ਈਸਨ ਵਾਹਿਗੁਰੂ ਸਤਿ ਸ਼੍ਰੀ ਅਕਾਲ ਗੁਰਵਰਿ ਅਕਾਲ ਦੇ ਤੇਗ ਤੇਗ ਫਤਿਹ ਕੀ ਜੀਤ ਰਾਜ ਕਰੇਗਾ ਖਾਲਸਾ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚੁਲੇਂਗੇ ਸੀਸ ਪੈ ਬੜੀ ਬੜੀ ਕਰੇਗੀ ਮੌਜ ਇਹ ਮਾਰੇ ਮੇਰਾ ਕਰਨ ਸਤਿਗੁਰਾਂ ਹੀ ਰਾਜ ਪਾ ਗਿਆ ਵੇਖੋ ਜਿਵੇਂ ਬਖਸ਼ਿਆ ਇੱਥੇ ਇਦਾਂ ਹੀ ਬਖਸ਼ਣਾ ਆਓ